ਸਵਾਗਤ। ਮੈਂ ਹਰਜਿੰਦਰ ਸਿੰਘ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਮਨਪ੍ਰੀਤ ਰੰਧਾਵਾ। ਮਨਪ੍ਰੀਤ ਜੀ ਆਇਆਂ। ਬਹੁਤ ਬਹੁਤ ਧੰਨਵਾਦ ਤੁਹਾਡਾ ਰੰਧਾਵਾ ਜੀ। ਮਨਪ੍ਰੀਤ ਜੀ, ਕਈ ਵਾਰੀ ਸਾਡੇ ਸਰੋਤੇ ਬੜੀ ਪਤੇ ਦੀ ਗੱਲ ਕਰਦੇ ਆ। ਸਾਡੇ ਬੀਬਾ ਜੀ ਵਰਿੰਦਰ ਪਾਲ ਕੌਰ ਇਹ ਲਿਖਦੇ ਆ ਕਿ ਨਤੀਸ਼ ਕੁਮਾਰ ਨੂੰ ਨਾ ਔਰ ਕੈਪਟਨ ਅਮਰਿੰਦਰ ਸਿੰਘ ਨੂੰ ਤੁਰੰਤ ਹਾਂ, ਇਹਦੇ ਕੋਈ ਅਰਥ ਲੈਣੇ ਬਣਦੇ ਆ। ਇਹ ਤੋਂ ਇੱਕ ਪਲ ਅੱਗੇ ਜਾਂਦੇ ਆ ਤਾਂ ਨਾਲ ਹੀ ਨਵਜੋਤ ਸਿੰਘ ਸਿੱਧੂ ਦੇ ਕੈਂਪ 'ਚ ਇੱਕ ਮੀਟਿੰਗ ਦਾ ਜ਼ਿਕਰ ਹੋ ਰਿਹਾ, ਜਿਹਦੇ 'ਚ ਕੁਝ ਮਿਨਿਸਟਰ ਤੇ ਐਮਐਲਏ ਸ਼ਾਮਲ ਦੱਸੇ ਜਾਂਦੇ ਆ, ਜਿੱਥੋਂ ਸੁਝਾਅ ਆਉਂਦਾ ਹੈ ਕਿ ਸਾਰੇ ਐਮਐਲਏਜ਼ ਨੂੰ ਇਕੱਠਿਆਂ ਕਰਕੇ ਇੱਕ ਇਕੱਠੀ ਮੀਟਿੰਗ 2022 ਦੀ ਤਿਆਰੀ ਲਈ ਲਵੋ। ਤੇ ਖਬਰ ਆ ਅਖਬਾਰ ਦੀ, ਉਹ ਕਹਿੰਦੇ ਕਿ ਇੱਕ ਜਣਾ ਉੱਠ ਕੇ ਕਹੂਗਾ ਕੈਪਟਨ ਸਾਹਿਬ ਬਦਲਣ ਦਾ ਮਤਾ ਲਿਆਓ। ਅਗਲੇ ਪਾਸੇ ਤੁਰਦੇ ਆ ਤਾਂ ਜਦੋਂ ਹਰੀਸ਼ ਰਾਵਤ ਟਾਸਕ ਲੈ ਕੇ ਪੰਜਾਬ ਦੇ ਵਿੱਚ ਆ ਰਹੇ ਆ ਤਾਂ ਉਦੋਂ ਇੱਕ ਗੱਲ ਪ੍ਰਮੁੱਖਤਾ ਨਾਲ ਆ ਰਹੀ ਹੈ ਕਿ ਜਿਹੜੇ ਵਜ਼ੀਰ ਵਿਰੋਧ ਵਿੱਚ ਸੀ ਸਿੱਧੂ ਦੇ ਕੈਂਪ 'ਚ ਨੇ, ਉਹਨਾਂ ਨੂੰ ਨਾ ਹਟਾਇਆ ਜਾਵੇ, ਸਿੱਧੂ ਨਾਲ ਕਿਸੇ ਸਮਝੌਤੇ ਤੇ ਅੱਪੜਿਆ ਜਾਵੇ ਤਾਂ ਕਿ ਅੰਦਰ ਹੀ ਵਿਰੋਧੀ ਧਿਰ ਦੀ ਜਿਹੜੀ ਇੱਕ ਭੂਮਿਕਾ ਅੱਗੇ ਵੱਧ ਰਹੀ ਆ ਉਹਨੂੰ ਰੋਕਿਆ ਜਾਵੇ। ਕੀ ਪੰਜਾਬ ਦੇ ਮੁੱਦੇ ਖਤਮ ਹੋ ਜਾਣਗੇ, ਸਿੱਧੂ ਨੂੰ ਚੁੱਪ ਕਰਾ ਲਿਆ ਜਾਊਗਾ, ਜਾਂ ਫਿਰ ਇਹ ਲੜਾਈ ਅੱਗੇ ਨਾਲੋਂ ਤਿੱਖੀ ਹੋ ਜਾਊਗੀ? ਜਿਹੜੇ ਬਿਜਲੀ ਸਮਝੌਤੇ ਆ ਉਹਨਾਂ ਨਾਲ ਸੰਬੰਧਿਤ ਇੱਕ ਵੱਡੀ ਖਬਰ ਹੈ, ਉਹਦੇ ਵਿੱਚ ਕੁਝ ਖਪਤਕਾਰਾਂ ਨੂੰ ਰਾਹਤ ਮਿਲਦੀ ਦਿਸਦੀ ਆ, ਕਿਸੇ ਰੈਗੂਲੇਟਰੀ ਵੱਲੋਂ ਕੋਈ ਗੱਲ ਅੱਗੇ ਵਧੀ ਆ। ਮੈਂ ਤੁਹਾਡੇ ਤੋਂ ਡਿਟੇਲ ਲਵਾਂਗਾ। ਸਿੱਧੂ ਸਾਹਿਬ ਨੇ ਜਿਹੜੇ ਸਲਾਹਕਾਰ ਲਾਏ ਆ, ਇੱਕ ਅਖਬਾਰ ਦੀ ਖਬਰ ਹੈ ਕਿ ਉਹਨਾਂ ਦੇ ਵਿੱਚੋਂ ਮੁਹੰਮਦ ਮੁਸਤਫਾ ਅਸਮਰਥਾ ਜ਼ਾਹਰ ਕਰ ਗਿਆ ਅਖੇ ਅੱਗੇ ਨਹੀਂ ਵੱਧ ਹੋਣਾ। ਇੱਕ ਇਹ ਵੀ ਸਵਾਲ ਉੱਠਿਆ ਸੀਗਾ ਕਿ 4 ਵਰਕਿੰਗ ਪ੍ਰੈਜ਼ੀਡੈਂਟ ਦੇ ਹੁੰਦਿਆਂ ਜਿਹੜੇ ਸਲਾਹਕਾਰ ਲਾਏ ਗਏ ਨੇ, ਇਹਨਾਂ ਦੇ ਵਿੱਚ ਕਿਸ ਤਰ੍ਹਾਂ ਦਾ ਤਾਲਮੇਲ ਹੋਊਗਾ। ਤੇ ਚਨੂਣੀ ਸਾਹਿਬ ਯੂ ਟਰਨ ਲੈਂਦੇ ਆ, ਜਿਹੜੀ ਆਰਥਿਕ ਵਿਕਾਸ ਪਾਰਟੀ ਜਾਂ ਕੋਈ ਇੰਜ ਦੀ ਸੀਗੀ, ਸਨਅਤਕਾਰਾਂ ਨੇ ਬਣਾਈ, ਉਹਦਾ ਸੀਐਮ ਚਿਹਰਾ ਹੋਣ ਤੋਂ ਨਾ ਕਰਦੇ ਆ। ਕਹਿੰਦੇ ਹੈ ਤਾਂ ਸੈਮੀਨਾਰ ਸੀਗਾ, ਗਲਤ ਦਿਸ਼ਾ 'ਚ ਚਲੇ ਗਿਆ ਤੇ ਮੇਰੀ ਛਵੀ ਖਰਾਬ ਹੋ ਗਈ। 2-3 ਖਬਰਾਂ ਹੋਰ ਨੇ, ਉਹਨਾਂ ਤੇ ਵੀ ਅੱਗੇ ਵਧਾਂਗੇ, ਲੇਕਿਨ ਪੰਜਾਬ ਦੀ ਰਾਜਨੀਤੀ ਨੂੰ ਪਰਿਭਾਸ਼ਿਤ ਕਰਨ ਦਾ ਯਤਨ ਕਰਿਓ ਜਰਾ। ਇੱਕ ਖਬਰ ਜਿਹਦਾ ਮੈਂ ਜ਼ਿਕਰ ਕਰ ਲਵਾਂ ਕਿ ਮੁਤਵਾਜੀ ਜਥੇਦਾਰਾਂ ਚੋਂ ਭਾਈ ਧਿਆਨ ਸਿੰਘ ਮੰਡ 20 ਤਰੀਕ ਨੂੰ ਹੁਕਮਨਾਮਾ ਜਾਰੀ ਕਰਨਗੇ। ਉਹਦੇ 'ਚ 2 ਮਿਨਿਸਟਰ ਤੇ 3 ਐਮਐਲਏਜ਼ ਨੂੰ ਪੰਥ ਚੋਂ ਛੇਕਣ ਦੀ ਕਾਰਵਾਈ ਵੀ ਹੋ ਸਕਦੀ ਆ। ਇਹ ਵੀ ਵੱਡਾ ਸਵਾਲ ਆ ਕਿ ਜਿਹੜਾ ਕੋਈ ਬਾਈ ਬਰਥ ਜਨਮ ਲੈ ਕੇ ਕਿਸੇ ਕੌਮ 'ਚ ਜੰਮਿਆ, ਕੀ ਕੁਦਰਤ ਦੇ ਸੰਵਿਧਾਨ 'ਚ ਖਲਲ ਪਾਇਆ ਜਾ ਸਕਦਾ? ਕਿਸੇ ਨੂੰ ਕਮਿਊਨਿਟੀ 'ਚੋਂ ਖਾਰਜ ਕੀਤਾ ਜਾ ਸਕਦਾ? ਇਹ ਕੌਮਾਂ ਦੇ ਪੱਖ ਤਾਂ ਹੋ ਸਕਦੇ ਆ, ਲੇਕਿਨ ਕੁਦਰਤੀ ਨਿਜ਼ਾਮ ਦੇ ਵਿੱਚ ਇਹ ਅਕਸਰ ਵਿਸ਼ਵ ਪੱਧਰ ਤੇ ਬਹਿਸ ਚੱਲਦੀ ਰਹਿੰਦੀ ਆ ਕਿ ਕਿਸੇ ਨੂੰ ਕਿਸੇ ਦੇ ਹੱਕ ਤੋਂ ਮਹਿਰੂਮ ਨਹੀਂ ਕਰ ਸਕਦੇ। ਅਜੇ ਵੀ ਕਈ ਲੋਕ ਆਪਣੇ ਧਰਮ ਦੀ ਆਸਥਾ ਤੋਂ ਪਰੇ ਨੇ, ਪੁਰਾਤਨ ਸਮਿਆਂ 'ਚ ਕੱਢੇ ਗਏ, ਜਿਨ੍ਹਾਂ 'ਚ ਰਾਗੀ ਦਰਸ਼ਨ ਸਿੰਘ ਵੀ ਨੇ ਤੇ ਹੋਰ ਵੀ ਕਈ, ਜਿਨ੍ਹਾਂ ਨੂੰ ਅਜੇ ਪੰਥ 'ਚ ਲਿਆ ਜਾਣਾ। ਇਹ ਵੱਡੇ ਮਸਲੇ ਆ, ਤੁਹਾਡੇ ਮੇਰੇ ਵਿਚਾਰਨ ਦੇ ਨਹੀਂ, ਕਿਉਂਕਿ ਸਾਨੂੰ ਤਾਂ ਕਹਿਣਗੇ ਤੁਸੀਂ ਸਿੱਖ ਹੀ ਹੈ ਨਹੀਂ। ਮੁੜਦੇ ਆ ਪੰਜਾਬ ਦੀ ਰਾਜਨੀਤੀ ਤੋਂ, ਕਿੱਥੋਂ ਸ਼ੁਰੂ ਕਰਦੇ ਹੋ? ਕਹਿੰਦੇ ਸਿੱਧੂ ਕੈਂਪ ਵੀ ਤਿੱਖੇ ਕਰਕੇ ਬੈਠਾ ਸਾਰੇ ਹਥਿਆਰ। ਰੰਧਾਵਾ ਜੀ, ਬਹੁਤ ਤਰ੍ਹਾਂ ਦੀਆਂ ਡਿਵੈਲਪਮੈਂਟਸ ਨੇ ਪਿਛਲੇ ਦਿਨਾਂ ਦੇ ਵਿੱਚ ਜੋ ਗਤੀਵਿਧੀਆਂ ਦੇਖੀਆਂ ਗਈਆਂ। ਇੱਕ ਗੱਲ ਸਾਫ਼ ਆ, ਜਿੱਥੇ ਇਹ ਗੱਲ ਕਹੀ ਜਾ ਰਹੀ ਹੈ ਕਿ ਸਿੱਧੂ ਕੈਂਪ ਨੇ ਆਪਣੀ ਮੀਟਿੰਗ ਕੀਤੀ ਹੈ, ਜਿਸ ਖਬਰ ਦਾ ਤੁਸੀਂ ਹਵਾਲਾ ਦੇ ਰਹੇ ਹੋ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਘਰੇ ਉਹ ਮੀਟਿੰਗ ਹੋਈ ਹੈ। ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਇਹ ਗੱਲ ਵਿਚਾਰ ਅਧੀਨ ਆ ਕਿ ਕੋਈ ਨਾ ਕੋਈ ਐਮਐਲਏ ਜਿਸ ਤਰ੍ਹਾਂ ਕੋਈ ਉੱਠ ਕੇ ਕਹਿ ਦੇ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਬਦਲ ਦਿਓ। ਦੇਖਿਆ, ਇੱਕ ਚੀਜ਼ ਮੈਨੂੰ ਬੜੀ ਸਪਸ਼ਟ ਆ, ਪਿਛਲੇ ਦਿਨਾਂ 'ਚ ਜੇ ਕੈਪਟਨ ਅਮਰਿੰਦਰ ਸਿੰਘ ਦੀ ਮੀਟਿੰਗ ਦੇਖ ਲਓ, ਬੈਠਕ ਸੋਨੀਆ ਗਾਂਧੀ ਨਾਲ ਹੁੰਦੀ ਆ, ਉਸ ਤੋਂ ਬਾਅਦ ਆ ਕੇ ਸ਼ਾਮ ਨੂੰ ਟਵੀਟ ਕਰਦੇ ਨੇ ਉਹਨਾਂ ਦੇ ਮੀਡੀਆ ਐਡਵਾਈਜ਼ਰ ਕਿ ਬੜੇ ਸੁਖਾਵੇਂ ਮਾਹੌਲ 'ਚ ਮੀਟਿੰਗ ਹੋਈ ਆ। ਇਹ ਸਾਰੀਆਂ ਗੱਲਾਂ ਤੋਂ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਇਸ ਟਾਈਮ ਬੜੇ ਖੌਫਜ਼ਦਾ ਨੇ, ਡਰੇ ਹੋਏ ਨੇ। ਕਾਰਨ ਉਹਦਾ ਇਹ ਆ ਕਿ ਜਦੋਂ ਤੋਂ ਨਵਜੋਤ ਸਿੰਘ ਸਿੱਧੂ ਬਣੇ ਆ ਪ੍ਰਧਾਨ, ਉਹ ਲਗਾਤਾਰ ਐਮਐਲਏਜ਼ ਨਾਲ ਮੀਟਿੰਗਾਂ ਕਰ ਰਹੇ ਆ, ਉਹਨਾਂ ਦੇ ਘਰੇ ਜਾ ਰਹੇ ਨੇ, ਚਾਹੇ ਉਹ ਦਲਿਤਾਂ ਨਾਲ ਹੋਣ, ਚਾਹੇ ਓਬੀਸੀ ਦੀ ਗੱਲ ਹੋਵੇ, ਕੋਈ ਵੀ ਭਾਈਚਾਰਾ ਉਹਨਾਂ ਨਾਲ ਲਗਾਤਾਰ ਉਹ ਟੱਚ 'ਚ ਨੇ, ਰਾਬਤਾ ਹੈ ਉਹਨਾਂ ਦਾ ਕਾਇਮ ਆ। ਕੈਪਟਨ ਅਮਰਿੰਦਰ ਸਿੰਘ ਇਹ ਚੀਜ਼ ਕਰ ਨਹੀਂ ਸੀ ਪਾ ਰਹੇ। ਠੀਕ ਆ, ਉਹਨਾਂ ਨੇ ਸਰਕਾਰ ਵੀ ਚਲਾਉਣੀ ਆ, ਮੁੱਖ ਮੰਤਰੀ ਨੇ, ਉਹ ਕਈ ਤਰ੍ਹਾਂ ਦੇ ਉਹਨਾਂ ਨੂੰ ਝਮੇਲੇ ਰਹਿੰਦੇ ਨੇ, ਆਪਸ ਦੇ ਵਿੱਚ ਰੁਝੇਵੇਂ ਉਹਨਾਂ ਦੇ ਹੁੰਦੇ ਆ। ਤੇ ਉਹ ਜਾ ਕੇ, ਜਿਵੇਂ ਹੁਣ ਪਿਛਲੇ ਦਿਨਾਂ 'ਚ ਜਾ ਕੇ ਕੇਂਦਰੀ ਮੰਤਰੀਆਂ ਨੂੰ ਮਿਲਦੇ, ਤੇ ਹੁਣ ਤਾਂ ਪ੍ਰਧਾਨ ਮੰਤਰੀ ਦੇ ਨਾਲ ਵੀ ਉਹਨਾਂ ਦੀ ਮੁਲਾਕਾਤ ਹੋ ਗਈ। ਕਿਤੇ ਨਾ ਕਿਤੇ ਇਹ ਜਿਹੜਾ ਗੈਪ ਸੀ ਐਮਐਲਏਜ਼ ਨੂੰ ਮਿਲਣ ਦਾ, ਵਿਧਾਇਕਾਂ ਨੂੰ ਮਿਲਣ ਦਾ ਜਾਂ ਮੰਤਰੀਆਂ ਨੂੰ ਮਿਲਣ ਦਾ, ਉਹ ਨਵਜੋਤ ਸਿੰਘ ਸਿੱਧੂ ਹੋਣਾ ਨੇ ਪੂਰਾ ਕਰਤਾ। ਜਦੋਂ ਪੂਰਾ ਕਰਤਾ ਤੇ ਉਹਨਾਂ ਦੀਆਂ ਸ਼ਿਕਾਇਤਾਂ
ਉਹਨਾਂ ਦੇ ਗਿਲੇ ਸ਼ਿਕਵੇ ਵੀ ਉਹ ਸੁਣਦੇ ਆ। ਜਦੋਂ ਗਿਲੇ ਸ਼ਿਕਵੇ ਸੁਣਦੇ ਤੇ ਕਿਤੇ ਨਾ ਕਿਤੇ ਫਿਰ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਚੀਜ਼ ਇਨਸਿਕਿਉਰਿਟੀ ਪੈਦਾ ਕਰਦੀ ਆ, ਉਹ ਸੁਰੱਖਿਆ ਪੈਦਾ ਕਰਦੀ ਆ, ਜੋ ਉਹ ਜਾ ਕੇ ਕਹਿੰਦੇ। ਜੇ ਤੁਸੀਂ ਇਹ ਗੱਲ ਦੇਖੋ ਜਿਹੜੀ ਉਹਨਾਂ ਨੇ ਸੋਨੀਆ ਗਾਂਧੀ ਕੋਲੇ ਕੀਤੀ ਆ, ਜਾਂ ਜੋ ਅਖਬਾਰਾਂ 'ਚ ਛਪੀ ਆ, ਮੀਡੀਆ ਦੇ ਵਿੱਚ ਆਈ ਆ, ਕਿ ਦੇਖੋ ਜੀ ਨਵਜੋਤ ਸਿੰਘ ਸਿੱਧੂ ਤਾਂ ਆਪਣੀ ਸਰਕਾਰ ਦੇ ਖਿਲਾਫ ਬੋਲ ਰਹੇ ਆ। ਨਵਜੋਤ ਸਿੰਘ ਸਿੱਧੂ ਤੁਸੀਂ ਦੇਖੋ ਜਦੋਂ ਤੋਂ ਥਾਪੇ ਗਏ ਆ, ਉਹ ਸਰਕਾਰ ਦੇ ਖਿਲਾਫ ਨਹੀਂ ਬੋਲ ਰਹੇ, ਉਹ ਵਾਅਦੇ ਯਾਦ ਕਰਵਾ ਰਹੇ ਆ। ਉਹ ਵਾਅਦੇ ਯਾਦ ਕਰਵਾ, ਜੇ ਸਭ ਤੋਂ ਵੱਡਾ ਟਵੀਟ ਉਹਨਾਂ ਦਾ ਦੇਖੀਏ ਤੇ ਰੰਧਾਵਾ ਜੀ ਯਾਦ ਕਰੋ, ਜਿਹੜੀ ਉਹਨਾਂ ਨੇ ਨਿਰੰਜਨ ਸਿੰਘ ਹੋਣਾ ਈਡੀ ਵਾਲੇ ਜਿਹੜੀ ਕੁਝ ਪੇਪਰ ਉਹਨਾਂ ਨੇ ਆਪਣੇ ਟਵਿੱਟਰ ਤੇ ਪਾਏ ਆ, ਜਿਹੜੀ ਉਹਨਾਂ ਨੇ ਸ਼ੁਰੂ 'ਚ ਤਹਿਕੀਕਾਤ ਕੀਤੀ ਆ, ਉਹ ਤਾਂ ਪਹਿਲਾਂ ਵੀ ਸਾਰਿਆਂ ਨੂੰ ਪਤਾ ਸੀ। ਉਸ ਤੋਂ ਬਾਅਦ ਜਿਹੜੀ ਉਹਨਾਂ ਨੇ ਗੱਲ ਕੀਤੀ ਹੈ ਕਿ ਸਾਨੂੰ ਜੀ ਬਿਕਰਮ ਸਿੰਘ ਮਜੀਠੀਆ ਦਾ ਤੁਸੀਂ ਕੀ ਕੀਤਾ ਜੇ, ਇਹ ਵੀ ਪਹਿਲਾਂ ਤੋਂ ਤੁਹਾਨੂੰ ਪਤਾ ਹੀ ਹੈ, ਮੀਡੀਆ ਦੇ ਵਿੱਚ ਸੀ। ਤਾਂ ਕੋਈ ਇਹੋ ਜਿਹੀ ਨਵੀਂ ਗੱਲ ਉਹਨਾਂ ਨੇ ਨਾ ਤਾਂ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਸ਼ਾਨ ਦੇ ਖਿਲਾਫ ਕਹੀ ਆ, ਤੇ ਨਾ ਹੀ ਕੋਈ ਇਹੋ ਜਿਹੀ ਗੱਲ ਕੀਤੀ ਹੈ ਕਿ ਜਿਹੜੀ ਸਰਕਾਰ ਦੇ ਖਿਲਾਫ ਜਾਵੇ। ਲੇਕਿਨ ਆ ਜਿਹੜੀਆਂ ਗਤੀਵਿਧੀਆਂ ਹੋ ਰਹੀਆਂ, ਜਿਹਨਾਂ ਉਹਨਾਂ ਦਾ ਮਿਲਣਾ ਮਿਲਾਉਣਾ, ਬੈਠਕਾਂ ਕਰਨੀਆਂ, ਇਹ ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਇਨਸਿਕਿਉਰ ਕਰ ਰਹੀ ਆ। ਸੋ ਇਸ ਕਰਕੇ ਉਹ ਸ਼ਿਕਾਇਤਾਂ ਲੈ ਕੇ ਜਾ ਰਹੇ ਨੇ, ਤੇ ਨਾਲ ਦੀ ਨਾਲ ਜਿਹੜੀਆਂ ਫੇਰਬਦਲ ਦੀਆਂ ਗੱਲਾਂ ਹੋ ਰਹੀਆਂ ਉਹ ਲੈ ਕੇ ਜਾ ਰਹੇ ਨੇ। ਤੇ ਜਿਹੜੀ ਤੁਸੀਂ ਹਰੀਸ਼ ਰਾਵਤ ਦੀ ਗੱਲ ਕੀਤੀ ਆ ਕਿ ਉਹਨਾਂ ਨੇ ਚੰਡੀਗੜ੍ਹ ਆਉਣਾ, ਔਰ ਚੰਡੀਗੜ੍ਹ ਆ ਕੇ ਇਹ ਕਹਿਣਾ ਕਿ ਆਪਸ ਦੇ ਵਿੱਚ ਰਲ ਮਿਲ ਕੇ ਬੈਠੋ, ਗੱਲ ਦਰਅਸਲ ਇਹ ਆ ਕਿ ਰਲ ਮਿਲ ਕੇ ਬੈਠਣ ਦੀ ਤਾਂ ਗੱਲਾਂ ਪਹਿਲਾਂ ਵੀ ਰੰਧਾਵਾ ਜੀ ਬਹੁਤ ਹੋ ਚੁੱਕੀਆਂ। ਹੁਣ ਉਹਨਾਂ ਨੇ ਇਹ ਕਹਿਣਾ ਕਿ ਭਾਈ ਕਿਤੇ ਨਵਜੋਤ ਸਿੰਘ ਸਿੱਧੂ ਦੇ ਕੈਂਪ ਦੇ ਜਾਂ ਧੜੇ ਦੇ ਜਿਹੜੇ ਬੰਦੇ ਉਹਨਾਂ ਨਾਲ ਜੁੜੇ ਹੋਏ ਆ, ਉਹਨਾਂ ਨੂੰ ਕਦੇ ਜਿਹੜੇ ਮਿਨਿਸਟਰੀ ਚੋਂ ਡ੍ਰੌਪ ਨਾ ਕਰ ਦਿਓ, ਕੈਬਨਿਟ ਤੋਂ ਕਿਤੇ ਲਾਹ ਨਾ ਦਿਓ, ਕਿਤੇ ਹੋਰ ਝਮੇਲਾ ਜਾਂ ਕਿਤੇ ਹੋਰ ਰਫੜ ਖੜਾ ਹੋ ਜਾਵੇ। ਸੋ ਇਹ ਸਾਰੀਆਂ ਚੀਜ਼ਾਂ ਮੱਦੇਨਜ਼ਰ ਦੇਖਦੇ ਆ। ਸਾਰਿਆਂ ਨੂੰ, ਨਵਜੋਤ ਸਿੰਘ ਸਿੱਧੂ ਨੇ ਵੀ ਜਿਸ ਤਰ੍ਹਾਂ ਤੁਸੀਂ ਦੱਸਿਆ ਸਲਾਹਕਾਰ ਆਪਣੇ ਨਵੇਂ ਨਿਯੁਕਤ ਕਰ ਲਏ, ਹਰ ਕੋਈ, ਚਾਹੇ ਉਹ ਪ੍ਰਧਾਨ ਹੋਵੇ ਚਾਹੇ ਉਹ ਮੁੱਖ ਮੰਤਰੀ ਹੋਵੇ, ਇੱਕ ਦੂਸਰੇ ਤੋਂ ਡਰਿਆ ਫਿਰਦਾ। ਕਾਂਗਰਸ ਜਾਂ ਲੋਕਾਂ ਦੀ ਪ੍ਰਵਾਹ ਮੈਨੂੰ ਲੱਗਦਾ ਕਿਤੇ ਨਾ ਕਿਤੇ ਹੈ ਨਹੀਂ। ਹਾਂ, ਇਹ ਜ਼ਰੂਰ ਆ ਕਿ ਇਹਨਾਂ ਮੁੱਦਿਆਂ ਦੇ ਰਾਹੀਂ ਜੇ ਇਹ ਮੁੱਦਿਆਂ ਨੂੰ ਕਿਤੇ ਨਾ ਕਿਤੇ ਹੱਲ ਕਰ ਲਿੱਤਾ ਜਾਵੇ ਜਾਂ ਇਸ ਦਿਸ਼ਾ ਵੱਲ ਵੱਧ ਵੀ ਲਿਆ ਜਾਵੇ ਤਾਂ ਲੋਕਾਂ ਦਾ ਸ਼ਾਇਦ ਭਲਾ ਜ਼ਰੂਰ ਹੋ ਜਾਏਗਾ ਜੀ। ਅੱਛਾ, ਇਹਦੇ ਵਿੱਚ ਜਿਹੜੀ ਸਾਡੇ ਉਹ ਬੀਬਾ ਜੀ ਇੱਕ ਸਰੋਤੇ ਨੇ, ਉਹਨਾਂ ਨੇ ਜਿਹੜੀ ਟਿੱਪਣੀ ਕੀਤੀ ਆ ਕਿ ਨਤੀਸ਼ ਕੁਮਾਰ ਨੂੰ ਨਾ ਔਰ ਮੁੱਖ ਮੰਤਰੀ ਨੂੰ ਤੁਰੰਤ ਹਾਂ, ਇਹਦੇ ਵੀ ਬੜੇ ਵੱਡੇ ਅਰਥ ਆ ਜੇਕਰ ਇੰਜ ਦੇਖਿਆ ਜਾਏ, ਕਿਉਂਕਿ ਇਹ ਕੋਈ ਪ੍ਰਸਤਾਵਿਤ ਮੀਟਿੰਗ ਪ੍ਰਧਾਨ ਮੰਤਰੀ ਨਾਲ ਬਹੁਤ ਦੇਰ ਤੋਂ ਟਾਈਮ ਤਾਂ ਸਾਰੇ ਹੀ ਮੰਗ ਕੇ ਰੱਖਦੇ ਆ, ਲੇਕਿਨ ਕੈਪਟਨ ਅਮਰਿੰਦਰ ਸਿੰਘ ਸੋਨੀਆ ਗਾਂਧੀ ਨੂੰ ਮਿਲਣ ਤੋਂ ਬਾਅਦ ਅਮਿਤ ਸ਼ਾਹ ਨੂੰ ਮਿਲਦੇ ਆ। ਮੈਨੂੰ ਲੱਗਦਾ ਅਮਿਤ ਸ਼ਾਹ ਨੂੰ ਮਿਲਣ ਦਾ ਮਤਲਬ ਹੀ ਸਰਕਾਰ ਨੂੰ ਮਿਲ ਲੈਣਾ ਹੁੰਦਾ, ਲੇਕਿਨ ਗੱਲ ਕਾਫੀ ਅੱਗੇ ਵਧੀ ਤੇ ਕਿਤੇ ਇਹ ਗੱਲ ਹੋ ਗਈ ਕਿ ਵੱਡੇ ਸਾਹਿਬ ਨੂੰ ਵੀ ਮਿਲ ਲਿਆ ਜਾਵੇ, ਜਾਂ ਅਮਿਤ ਸ਼ਾਹ ਜੀ ਨੇ ਇਹ ਗੱਲ ਕੀਤੀ ਹੋਊਗੀ ਕਿ ਪ੍ਰਧਾਨ ਮੰਤਰੀ ਸਾਹਿਬ ਮਿਲ ਲੈਣਾ ਚਾਹੀਦਾ, ਮੁੱਦੇ ਸੈਂਸਿਟਿਵ ਆ, ਵਿਰੋਧੀ ਸੰਸਦ ਘੇਰ ਕੇ ਬੈਠੇ ਆ, ਲੇਕਿਨ ਉਹਨਾਂ ਦੇ ਸਤਾਏ ਹੋਏ ਤੇ ਉਹਨਾਂ ਦੇ ਸਭ ਤੋਂ ਵੱਡੇ ਇਸ ਵੇਲੇ ਚਿਹਰੇ, ਇੱਕੋ ਵੱਡੀ ਸਟੇਟ ਦੇ ਮੁੱਖ ਮੰਤਰੀ, ਉਹਨਾਂ ਨੂੰ ਮਿਲਿਆ ਜਾਵੇ, ਸੁਨੇਹਾ ਵੱਡਾ ਜਾਊਗਾ। ਕਿਸਾਨੀ ਦੀ ਗੱਲ ਵੀ ਸੌਖੀ ਰਹੂਗੀ। ਕੀ ਕਹਿੰਦੇ ਹੋ? ਕਿਸਾਨੀ ਦੀ ਗੱਲ ਹੋਈ ਆ ਕਿਉਂਕਿ ਸੰਸਦ ਵੀ ਕਿਸਾਨੀ ਦੇ ਮੁੱਦੇ ਤੇ ਰੋਕੀ ਗਈ ਆ, ਤੇ ਕਿਸਾਨੀ ਸੰਸਦ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਤਾਂ ਨਹੀਂ ਗਏ, ਲੇਕਿਨ ਰਾਹੁਲ ਗਾਂਧੀ ਬ੍ਰਿਗੇਡ ਨਾਲ ਬੈਠੇ ਰਹੇ ਆ। ਤੇ ਹੁਣ ਵੇਖਣਾ ਇਹ ਆ ਕਿ ਵਿਦਿਨ ਦਾ ਪਾਰਟੀ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਘੇਰ ਲਿਆ ਹਾਈ ਕਮਾਂਡ ਨੇ ਵਾਇਆ ਸਿੱਧੂ, ਤੇ ਕੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਹਾਈ ਕਮਾਂਡ ਨੂੰ ਦਿੱਲੀ ਦੀ ਸਿਆਸਤ ਵਿੱਚ ਘੇਰਨ ਦਾ ਯਤਨ ਕਰਨਗੇ? ਰੰਧਾਵਾ ਜੀ, ਮੈਨੂੰ ਯਾਦ ਆ ਜਦੋਂ 2017 ਦੀਆਂ ਚੋਣਾਂ ਹਜੇ ਉਹਨਾਂ ਦੇ ਨਤੀਜੇ ਆ ਹੀ ਰਹੇ ਸੀ, ਤੇ ਜਿਹੜੀ ਕਾਂਗਰਸ ਪਾਰਟੀ ਸੀ ਉਹ ਬੜੇ ਕਲੀਅਰ ਕੱਟ ਮੈਜੋਰਿਟੀ ਨਾਲ ਅੱਗੇ ਵਧ ਰਹੀ ਸੀ। ਵੈਸੇ ਵੀ ਆਪਾਂ ਨੂੰ ਪਤਾ ਕਿ ਪੂਰੇ ਹਿਸਟਰੀ ਦੇ ਵਿੱਚ, ਇਤਿਹਾਸ ਦੇ ਵਿੱਚ ਇੰਨੀਆਂ ਸੀਟਾਂ ਉਹਨਾਂ ਨੂੰ ਆਈਆਂ ਨਹੀਂ, ਤੇ ਹਜੇ ਕੁਝ ਨਤੀਜੇ ਬਾਕੀ ਸੀ। ਤੇ ਉਦੋਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਦੇ ਟਵੀਟ ਕਰਕੇ ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਵਧਾਈ ਦਿੱਤੀ। ਆਮ ਤੌਰ ਤੇ ਵਿਰੋਧੀ ਪਾਰਟੀਆਂ ਨੂੰ, ਜਿਹੜੇ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਸਾਡੇ ਭਾਰਤ ਦੇ, ਉਹ ਇੰਨੀ ਛੇਤੀ ਇੰਨੀ ਕਾਹਲੀ ਨਹੀਂ ਕਰਦੇ, ਇੰਨੀ ਕਾਹਲ ਨਹੀਂ ਵਿਖਾਉਂਦੇ ਉਹ ਕਿਸੇ ਨੂੰ ਜੇ ਵਧਾਈ ਦੇਣੀ ਹੋਵੇ ਜਾਂ ਕੰਗ੍ਰੈਚੁਲੇਸ਼ਨਸ, ਉਹਨਾਂ ਨੇ ਕੰਗ੍ਰੈਚੁਲੇਸ਼ਨਸ ਦੇਣੀਆਂ ਹੋਣ। ਲੇਕਿਨ ਉੱਥੇ ਬੜਾ, ਉਦੋਂ ਵੀ ਲੋਕਾਂ ਨੂੰ ਆਇਆ ਸੀ ਕਿ ਇੱਥੇ ਬੜੀ ਤੇਜ਼ੀ ਦਿਖਾਈ ਗਈ ਆ। ਹੁਣ ਤੁਸੀਂ ਆ ਜਾਓ, ਅਗਲੀ ਗੱਲ, ਜਿਸ ਤਰ੍ਹਾਂ ਏਜੰਡੇ ਤੇ ਨਹੀਂ ਸੀ, ਆਮ ਤੌਰ ਤੇ ਇਹੀ ਸੀ ਕਿ ਕੇਂਦਰੀ ਮੰਤਰੀਆਂ ਨੂੰ ਮਿਲ ਕੇ, ਅਮਿਤ ਸ਼ਾਹ ਤੱਕ, ਜਾਂ ਸਿਹਤ ਮੰਤਰੀ ਸੀ ਉਹਨਾਂ ਨੂੰ ਮਨਸੁਖ ਮਾਂਡਵੀਆ ਉਹਨਾਂ ਨੂੰ ਮਿਲਣਾ ਸੀਗਾ, ਤੇ ਜਾਂ ਨਿਤਿਨ ਗਡਕਰੀ ਨੂੰ ਮਿਲਣਾ ਸੀ। ਆਮ ਤੌਰ ਤੇ ਏਜੰਡੇ 'ਚ ਇਹੀ ਆ, ਮੀਡੀਆ 'ਚ ਵੀ ਲਗਭਗ ਇਹੀ ਸੀ। ਲੇਕਿਨ ਅਚਾਨਕ ਜਿਹੜੀ ਮੀਟਿੰਗ ਹੋ ਜਾਣਾ, ਇਹਦੇ ਬਹੁਤ ਮਾਇਨੇ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ ਆ। ਇਹਦੇ ਵਿੱਚ ਮੈਨੂੰ ਕਹਿਣ 'ਚ ਕੋਈ ਗੁਰੇਜ਼ ਨਹੀਂ ਹੈ ਕਿ ਜਦੋਂ 2017 'ਚ ਹਜੇ ਅਮਰਿੰਦਰ ਸਿੰਘ ਪ੍ਰਧਾਨ ਨਹੀਂ ਸੀ ਥਾਪੇ ਗਏ,
ਤੇ ਜੀ ਇੱਕ ਲੜਾਈ ਚੱਲ ਰਹੀ ਸੀ ਰਾਹੁਲ ਗਾਂਧੀ ਤੇ ਇਹਨਾਂ ਦੇ ਵਿੱਚ, ਤੇ ਇਹਨਾਂ ਨੇ ਰਾਹੁਲ ਗਾਂਧੀ ਦੇ ਖਿਲਾਫ ਕਈ ਇਹੋ ਜਿਹੀਆਂ ਟਿੱਪਣੀਆਂ ਵੀ ਕੀਤੀਆਂ ਸੀ, ਤੇ ਲੱਗਦਾ ਨਹੀਂ ਸੀ ਕਿ ਕਾਂਗਰਸ ਹਾਈ ਕਮਾਂਡ ਇਹਨਾਂ ਨੂੰ ਕਦੇ ਪ੍ਰਧਾਨ ਬਣਾਵੇਗੀ। ਲੇਕਿਨ ਉਹਨਾਂ ਨੂੰ ਵੀ ਪਤਾ ਸੀ ਕਿ ਅਮਰਿੰਦਰ ਸਿੰਘ ਤੋਂ ਵਧੀਆ ਸਾਡੇ ਕੋਲ ਕੋਈ ਕੈਂਡੀਡੇਟ ਨਹੀਂ ਆ ਜਿਸ ਦੀ ਅਗਵਾਈ ਦੇ ਵਿੱਚ ਅਸੀਂ ਪੰਜਾਬ ਦੇ ਵਿੱਚ ਜਿੱਤ ਸਕਦੇ ਹਾਂ। ਉਹਨਾਂ ਦੀ ਮਜਬੂਰੀ ਸੀ। ਲੇਕਿਨ ਚਰਚਾਵਾਂ ਉਦੋਂ ਇਹ ਸੀ ਕਿ ਇਹ ਕਿਤੇ ਨਾ ਕਿਤੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਚਲੇ ਜਾਣਗੇ। ਬੜਾ ਖੁੱਲ ਕੇ ਉਦੋਂ ਟਿੱਪਣੀਆਂ ਹੋਈਆਂ ਸੀ, ਤੇ ਮੈਨੂੰ ਯਾਦ ਹੈ ਕਿ ਇੰਟਰਵਿਊ ਬੜਾ ਵੱਡਾ ਦਿੱਤਾ ਸੀ ਪ੍ਰਤਾਪ ਸਿੰਘ ਬਾਜਵਾ ਨੇ, ਤੇ ਉਹਦੇ ਚ ਉਹਨਾਂ ਨੇ ਪਹਿਲਾਂ ਕਲੀਅਰ ਕਹਿਤਾ ਸੀ ਕਿ ਇਹ ਭਾਰਤੀ ਜਨਤਾ ਪਾਰਟੀ ਜਾਣ ਨੂੰ ਤਿਆਰ। ਖੈਰ, ਹੋ ਜੀ ਸਕਦਾ ਕਿ ਆਪਸ ਦੇ ਵਿੱਚ ਜਿਹੜੀ ਖਹਿਬਾਜ਼ੀ ਆ ਉਹ ਵੀ ਸਾਰਿਆਂ ਨੂੰ ਪਤਾ, ਇਸ ਕਰਕੇ ਉਹਨਾਂ ਨੇ ਇਸ ਤਰ੍ਹਾਂ ਦਾ ਬਿਆਨ ਦਿੱਤਾ ਹੋਵੇ, ਲੇਕਿਨ ਆਮ ਚਰਚਾਵਾਂ ਸੀ। ਉਹਨਾਂ ਦੀ ਜੀ ਨੇੜਤਾ ਜਦੋਂ ਬਾਅਦ ਚ 4.5 ਸਾਲ ਚੱਲਦੀ ਹੈ ਇਹ ਸਰਕਾਰ, ਉਦੋਂ ਵੀ ਪਤਾ ਲੱਗਦਾ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਉਹਨਾਂ ਦੀ ਨੇੜਤਾ ਮੰਨੀ ਜਾਂਦੀ ਹੈ, ਇਸੇ ਤਰ੍ਹਾਂ ਉਹਨਾਂ ਦੀ ਨੇੜਤਾ ਜਿਹੜੀ ਭਾਰਤੀ ਜਨਤਾ ਪਾਰਟੀ ਨਾਲ ਵੀ ਮੰਨੀ ਜਾਂਦੀ ਹੈ। ਤੇ ਇਹ ਵੀ ਕਿਹਾ ਜਾਂਦਾ ਕਿ ਸੰਨ 2017 ਦੇ ਵਿੱਚ ਅਕਾਲੀ ਦਲ ਨੇ RSS ਹੋਵੇ ਜਾਂ BJP ਹੋਵੇ, ਜਦੋਂ ਉਹਨਾਂ ਨੂੰ ਲੱਗਿਆ ਕਿ ਅਸੀਂ ਨਹੀਂ ਸੱਤਾ ਚ ਆ ਸਕਦੇ, ਤੇ ਉਹਨਾਂ ਦੀਆਂ ਵੋਟਾਂ ਵੀ ਟਰਾਂਸਫਰ ਕਰਵਾਈਆਂ ਗਈਆਂ। ਇਹ ਹੁਣ ਤਾਂ ਕਈ ਵਿਅਕਤੀਆਂ ਨੇ, ਇਵਨ ਨਰੇਸ਼ ਗੁਜਰਾਲ ਆ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਲੀਡਰ ਨੇ, ਉਹਨਾਂ ਨੇ ਵੀ ਇਹ ਗੱਲ ਕਹਿ ਦਿੱਤੀ ਆ। ਸੋ ਕਹਿਣ ਦਾ ਮਤਲਬ ਕਿ ਉਹ ਜਿਹੜੀ ਨੇਤਾ ਤੇ ਨਿਤੀਸ਼ ਕੁਮਾਰ ਦੀ ਆਪਾਂ ਗੱਲ ਕਰੀਏ, ਉਹ ਤੁਹਾਨੂੰ ਪਤਾ ਕਿ NDA ਦੇ ਜਾਂ ਭਾਰਤੀ ਜਨਤਾ ਪਾਰਟੀ ਦੇ ਨਾਲ ਦੇ ਉਹਨਾਂ ਦੇ ਸਹਿਯੋਗੀ ਨੇ। ਪਿਛਲੇ ਦਿਨਾਂ ਦੇ ਵਿੱਚ ਜਦੋਂ ਜਸੂਸੀ ਮਾਮਲਾ ਆਇਆ, ਪੈਗਾਸਸ ਜਸੂਸੀ ਮਾਮਲਾ, ਤੇ ਉਹ ਇੱਕ ਵਾਹਿਦ ਭਾਰਤੀ ਜਨਤਾ ਪਾਰਟੀ ਦੇ ਨਾਲ ਲੀਡਰ ਨੇ ਜਿਹੜੇ ਨਾਲ ਉਹਨਾਂ ਦੇ ਸਹਿਯੋਗੀ ਨੇ, ਜਿਨ੍ਹਾਂ ਨੇ ਇਹ ਗੱਲ ਕਹੀ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਆ। ਹੋਰ ਕੋਈ ਉਹਨਾਂ ਦਾ ਸਹਿਯੋਗੀ ਨਹੀਂ ਬੋਲ ਰਿਹਾ। ਇਹ ਹੋਇਆ। ਉਸ ਤੋਂ ਪਹਿਲਾਂ ਤੁਸੀਂ ਬਿਹਾਰ ਦੀਆਂ ਇਲੈਕਸ਼ਨਾਂ ਲੈ ਲਓ, ਉਹਨਾਂ 'ਚ ਵੀ ਹੋਇਆ। ਲੋਕ ਜਨ ਸ਼ਕਤੀ ਪਾਰਟੀ, ਜਿਸ ਤਰ੍ਹਾਂ ਚਿਰਾਗ ਪਾਸਵਾਨ ਉਹਨਾਂ ਦੇ ਖਿਲਾਫ ਪ੍ਰਚਾਰ ਕਰ ਰਹੇ ਸੀ, ਭਾਰਤੀ ਜਨਤਾ ਪਾਰਟੀ ਦੇ ਸਹਿਯੋਗੀ ਸੀ। ਹੁਣ ਆ ਜਾਓ ਅਮਰਿੰਦਰ ਸਿੰਘ ਹੋਣਾ ਤੇ, ਕਿਉਂਕਿ ਆਪਣਾ ਜੀ ਫੋਕਸ ਜਿਹੜਾ ਉਹ ਆਪਾਂ ਗਵਾਉਣਾ ਨਹੀਂ ਆ। ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਉਹ ਤਾਂ ਕਿਤੇ ਦੂਰ ਰਹਿ ਗਏ, ਲੇਕਿਨ ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਫਟਾਫਟ ਮੁਲਾਕਾਤ ਮਿਲ ਜਾਂਦੀ ਹੈ। ਸੋ ਇਹ ਜਿਹੜੀ ਨੇੜਤਾ, ਇਸ ਤੇ ਸਵਾਲ ਪੈਦਾ ਹੋਣੇ, ਸਵਾਲ ਖੜੇ ਹੋਣੇ ਲਾਜ਼ਮੀ ਨੇ। ਲੋਕ ਸਵਾਲ ਚੱਕਣਗੇ, ਲੇਕਿਨ ਹਾਂ, ਵੈਸੇ ਤਾਂ ਪਿਛਲੇ ਦਿਨਾਂ ਦੇ ਵਿੱਚ ਮਮਤਾ ਬੈਨਰਜੀ ਵੀ ਮਿਲ ਕੇ ਗਏ ਆ। ਮਮਤਾ ਬੈਨਰਜੀ ਨੂੰ ਵੀ ਟਾਈਮ ਮਿਲਿਆ। ਮੈਨੂੰ ਲੱਗਦਾ ਕਿ ਨਰਿੰਦਰ ਮੋਦੀ ਜਿਹੜੇ ਆ, ਉਹਨਾਂ ਨੂੰ ਵੀ ਇਹ ਲੱਗਦਾ ਕਿ ਜੇ ਵਿਰੋਧੀ ਧਿਰ ਦੇ ਵੀ ਕੋਈ ਮੁੱਖ ਮੰਤਰੀ ਹੋਵੇ, ਉਹਨਾਂ ਨੂੰ ਮਿਲਣ 'ਚ ਜਿਹੜੀ ਉਹਨਾਂ ਦਾ ਰਾਜਨੀਤਿਕ ਸਿਆਸੀ ਇੱਕ ਮੈਸੇਜ ਜਾਣਾ, ਉਹ ਬੜਾ ਲਾਜ਼ਮੀ ਆ। ਸੋ ਉਸੇ ਸੰਦਰਭ 'ਚ ਮੈਂ ਇਸ ਨੂੰ ਵੀ ਦੇਖ ਰਿਹਾ ਜੀ। ਵੈਸੇ ਮਨਪ੍ਰੀਤ ਜੀ, ਕਿੰਨਾ ਚੰਗਾ ਹੁੰਦਾ ਆਪਣੇ ਮੁੱਖ ਮੰਤਰੀ 2 ਵਾਰ ਦੇ ਕੈਪਟਨ ਅਮਰਿੰਦਰ ਸਿੰਘ, ਐਡਾ ਵੱਡਾ ਚਿਹਰਾ, ਸਿਆਸੀ ਕੱਦ ਕਾਠ ਅਸਮਾਨ ਨੂੰ ਛੂੰਹਦਾ, ਬਾਦਲ ਸਾਹਿਬ ਵਾਂਗ, ਵੱਡੇ ਬਾਦਲ ਸਾਹਿਬ ਵਾਂਗ। ਚੰਗਾ ਹੁੰਦਾ ਆਪਣੇ ਇਸ ਅਸਰ ਰਸੂਖ ਨੂੰ ਵਰਤ ਕੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਐਲਾਨ ਕਰਵਾ ਲਿਆਉਂਦੇ। ਪਾਣੀਆਂ ਦੇ ਮੁੱਦੇ ਤੇ ਹਰਿਆਣੇ ਨੂੰ ਇੱਕ ਦਬਕਾ ਹੀ ਮਰਵਾ ਲੈਂਦੇ। ਪ੍ਰਧਾਨ ਮੰਤਰੀ ਤੋਂ ਵੱਡਾ ਕੌਣ ਹੁਣ ਸਾਡੇ ਦੇਸ਼ 'ਚ? ਆ ਪੰਜਾਬ ਦੇ ਮਸਲੇ ਹੱਲ ਕਰਾਉਂਦੇ, ਇੱਥੇ ਸਾਰੇ ਰੋਡ ਰਲ ਜਾਣੇ ਸੀ, ਕੈਪਟਨ ਅਮਰਿੰਦਰ ਸਿੰਘ ਹੋ ਜਾਣੀ ਸੀ। ਪਿਛਲੀ ਵਾਰੀ ਵੀ ਪਾਣੀਆਂ ਦੇ ਮੁੱਦੇ ਤੇ ਚੰਗਾ ਸਟੈਂਡ ਸੀਗਾ। ਕੈਪਟਨ ਸਾਹਿਬ ਐਵੇਂ ਕੁਰਸੀ ਦੇ ਪਿੱਛੇ ਪਏ ਆ, 1-2 ਵੱਡੇ ਫੈਸਲੇ ਕਰਕੇ ਗਾਂਹ ਮਾਰਨ, ਵੇਖੋ ਕੀ ਬਣਦਾ। ਲੇਕਿਨ ਮੈਂ ਅਗਲਾ ਸਵਾਲ ਕਰੂੰਗਾ, ਇਹ ਰਾਜਨੀਤਿਕ ਸਵਾਲ ਆ, ਤੁਸੀਂ ਬਹੁਤ ਬਰੀਕੀ ਨਾਲ ਦੇਖਦੇ ਰਹਿੰਦੇ ਹੋ ਪੰਜਾਬ ਦੀ ਪੋਲਿਟਿਕਸ। ਮੈਨੂੰ ਇਹ ਸਮਝਾਇਓ, ਜਦੋਂ ਸਿੱਧੂ ਪੰਜਾਬ ਦੀ ਰਾਜਨੀਤੀ ਵਿੱਚ ਕਾਂਗਰਸ ਦਾ ਚਿਹਰਾ ਬਣਦੇ ਆ ਬਤੌਰ ਪ੍ਰਧਾਨ, ਤੇ ਉਹਨਾਂ ਦਾ ਟੋਟਲ ਰਾਈਵਲਰੀ ਜਿਹੜੀ ਸ਼ਰੀਕੇਬਾਜ਼ੀ ਸੀ, ਉਹ ਸੀਗੀ ਮਜੀਠੀਆ ਤੇ ਸੁਖਬੀਰ ਬਾਦਲ ਨਾਲ, ਅਕਾਲੀ ਦਲ ਨਾਲ। ਉਹ ਅਕਾਲੀ ਦਲ ਦੀ ਰਾਜਨੀਤੀ ਦਾ ਵਿਰੋਧ ਕਰਕੇ ਇੱਥੋਂ ਤੱਕ ਪਹੁੰਚਿਆ, ਤੇ ਕਾਂਗਰਸ ਦੀ ਪ੍ਰਧਾਨਗੀ ਵੀ ਉਹਨਾਂ ਨੂੰ ਇਸੇ ਵਿਰੋਧ ਚੋਂ ਮਿਲੀ, ਤੇ ਹੁਣ ਵੀ ਉਹਨਾਂ ਦਾ ਵਿਰੋਧ ਜਾਰੀ ਹੈ। ਜਿਹੜੀ ਅਕਾਲੀ ਦਲ ਆਪਣੀਆਂ ਅਜੀਬ ਕਿਸਮ ਦੀਆਂ ਨੀਤੀਆਂ ਕਰਕੇ, ਆਪਣੇ ਪੈਰ ਛੱਡਣ ਕਰਕੇ ਕਿਸਾਨੀ ਔਰ ਪੰਥਕ ਵੋਟ ਵਾਲੇ ਤੀਜੇ ਨੰਬਰ ਤੇ ਸੀ, ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਤੋਂ ਬਾਅਦ ਪੈਰ ਸੰਭਾਲਦੀ ਨਜ਼ਰ ਆ ਰਹੀ ਹੈ। ਸਭ ਤੋਂ ਤਿੱਖੇ ਵਿਰੋਧ ਨਾਲ ਅਕਾਲੀ ਦਲ ਆਪਣੇ ਆਪ ਨੂੰ ਮਜ਼ਬੂਤ, ਆਪਣੇ ਕਿਲੇ ਨੂੰ ਤਗੜਾ ਕਰਨ, ਆਪਣੇ ਵਰਕਰਾਂ ਨੂੰ ਅੱਗੇ ਵਧਾਉਣ 'ਚ ਲੱਗਿਆ ਹੋਇਆ। ਉਹਨਾਂ ਨੂੰ ਪਤਾ ਕਿ ਲੜਾਈ ਗਹਿ ਗੱਚ ਹੋਣੀ। ਸਿੱਧੂ ਦੇ ਆਉਣ ਨਾਲ ਜਿਹੜੀ ਲੜਾਈ ਕਾਂਗਰਸ ਤੇ ਆਮ ਆਦਮੀ ਪਾਰਟੀ ਵੱਲ ਕੇਂਦਰਿਤ ਹੁੰਦੀ ਜਾਂਦੀ ਸੀ ਕਿ ਅਕਾਲੀ ਦਲ ਤੀਜੇ ਨੰਬਰ ਦੀ ਲੜਾਈ ਲੜਨ ਲਈ ਮਜਬੂਰ ਹੋਊਗਾ, ਖਾਸ ਤੌਰ ਤੇ ਮਾਲਵੇ 'ਚ, ਹੁਣ ਉਹਨਾਂ ਨੂੰ ਪਤਾ ਹੈ ਕਿ ਇਹ ਤਿੱਖਾਪਣ ਜਿਹੜਾ ਸਿੱਧੂ ਦਾ, ਉਹਨੇ ਇੱਕ ਡਿੱਗੇ ਪਏ ਵਿਰੋਧੀ ਨੂੰ ਤਗੜਾ ਹੋਣ ਲਈ, ਕਿਉਂਕਿ ਕਹਿੰਦੇ ਨਾ, ਜਦੋਂ ਸਭ ਤੋਂ ਜ਼ਿਆਦਾ ਮੁਸ਼ਕਲ ਲੜਾਈ ਹੋਵੇ ਤੇ ਬੰਦਾ ਆਪਣਾ ਸਾਰਾ ਕੁਝ ਇਕੱਠਾ ਕਰਨ ਲੱਗ ਜਾਂਦਾ। ਸੁਖਬੀਰ ਸਿੰਘ ਬਾਦਲ ਜਾਂ ਉਹਨਾਂ ਦੇ ਪਰਿਵਾਰ ਲਈ ਇਹ ਥ੍ਰੈਟ ਵਾਂਗ ਸਿੱਧੂ ਬਾਦਲਕਿਆਂ ਨੂੰ ਖੜਾ ਕਰਨ ਲਈ ਇੱਕ ਮੌਕਾ ਫਰਾਹਮ ਕਰ ਰਹੇ ਨੇ। ਇਸ ਵੇਲੇ ਰਾਜਨੀਤਿਕ ਨਜ਼ਰੀਆ ਇਹ ਕਹਿੰਦਾ ਹੈ ਤਿੱਖੇ ਵਿਰੋਧ ਚੋਂ ਬਾਦਲਕਿਆਂ ਨੂੰ ਫੇਵਰ ਮਿਲਦੀ ਦਿਸ ਰਹੀ ਹੈ ਪਿਛਲੇ 10 ਦਿਨਾਂ 'ਚ, ਔਰ ਉਹ ਬਿਨਾਂ ਰੌਲਾ ਪਾਇਆ ਆਪਣੇ ਪੂਰੇ ਦੇ ਪੂਰੇ ਜਿੰਨਾ ਵੀ ਕਵਾਇਦ ਆ, ਆਪਣੇ ਆਪ ਨੂੰ ਜਮਾ ਜੋੜ ਕਰਨ 'ਚ ਲੱਗੇ ਹੋਏ ਆ। ਕੀ ਕਹਿੰਦੇ ਹੋ, ਪੰਜਾਬ ਦੀ ਰਾਜਨੀਤੀ 'ਚ ਸਮੀਕਰਨ ਤੇਜ਼ੀ ਨਾਲ ਬਦਲੇ ਸਿੱਧੂ ਤੋਂ ਬਾਅਦ? ਇਹ ਲੜਾਈ ਸਿੱਧੂ ਨੂੰ ਵੀ ਤਿੱਖੀ ਮਿਲੂਗੀ, ਏਡੀ ਆਸਾਨ ਨਹੀਂ ਹੋਊਗੀ।
ਰੰਧਾਵਾ ਜੀ, ਤੁਹਾਡੀ ਵੀ ਕੋਈ ਘੱਟ ਤਿੱਖੀ ਨਜ਼ਰ ਨਹੀਂ ਆ। ਇਹ ਜਿੰਨੇ ਸਿਆਸੀ ਗਤੀਵਿਧੀਆਂ ਤੁਸੀਂ ਵੀ ਬਿਲਕੁਲ ਨਜ਼ਰ ਰੱਖਦੇ ਹੋ, ਔਰ ਤੁਹਾਡੀ ਗੱਲ ਬਿਲਕੁਲ ਠੀਕ ਆ, ਮੈਂ ਸਹਿਮਤ ਵੀ ਹਾਂ। ਤੁਸੀਂ ਪਿਛਲੇ ਦਿਨਾਂ 'ਚ ਇੱਕ ਪ੍ਰੈਸ ਕਾਨਫਰੰਸ ਦੇਖੋ ਜਿਹੜੀ ਸੁਖਬੀਰ ਸਿੰਘ ਬਾਦਲ ਹੋਣਾ ਨੇ ਕੀਤੀ ਹੈ, ਅਕਾਲੀ ਦਲ ਦੇ ਪ੍ਰਧਾਨ ਨੇ। ਉਹ 13 ਨੁਕਾਤੀ ਜਿਹੜਾ ਉਹਨਾਂ ਨੇ ਪ੍ਰੋਗਰਾਮ ਦਿੱਤਾ, 13 ਨੁਕਾਤੀ ਸਾਰੇ ਉਹਦੇ ਇੱਕ ਇੱਕ ਪੁਆਇੰਟ ਪੜ੍ਹ ਲਓ, ਉਹਨਾਂ ਨੂੰ ਦੁਬਾਰਾ ਦੁਹਰਾਉਣ ਦੀ ਜ਼ਰੂਰਤ ਨਹੀਂ ਆ। ਉਹ ਇਸ ਤਰ੍ਹਾਂ ਲੱਗਦਾ ਸੀ ਕਿ ਪੰਜਾਬ ਦਾ ਇੱਕ ਤਰ੍ਹਾਂ ਦਾ ਡਿਵੈਲਪਮੈਂਟ ਦਾ ਨਵਾਂ ਏਜੰਡਾ ਸੈੱਟ ਹੋਇਆ, ਇੱਕ ਨਵੀਂ ਟੋਨ ਸੈੱਟ ਹੋਈ ਆ। ਅਸੀਂ ਉਸ ਸਿਆਸੀ ਲੜਾਈ ਚੋਂ ਜਿਹੜੀ ਸਿੱਧੂ ਬਨਾਮ ਕੈਪਟਨ ਜਾਂ ਕੈਪਟਨ ਬਨਾਮ ਸਿੱਧੂ ਚੱਲ ਰਹੀ ਸੀ, ਕਿਤੇ ਨਾ ਕਿਤੇ ਬਾਹਰ ਆਏ ਆ। ਤੇ ਇੱਕ ਹੋਰ ਪੋਲੀਟੀਕਲ ਪਾਰਟੀ, ਉਹ ਆਮ ਆਦਮੀ ਵੀ ਨਹੀਂ ਹਜੇ ਤੱਕ ਸੈੱਟ ਕਰ ਪਾਈ। ਹਾਲਾਂਕਿ ਇੱਕ ਦੋ ਉਹਨਾਂ ਨੇ ਅਨਾਉਂਸਮੈਂਟਸ ਕੀਤੀਆਂ, ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ 300 ਯੂਨਿਟ ਦੇਵਾਂਗੇ, ਪੁਰਾਣੇ ਬਿਜਲੀ ਦੇ ਬਿੱਲ ਮਾਫ ਕਰ ਦੇਵਾਂਗੇ, ਇਹ ਤਾਂ ਗੱਲ ਕੀਤੀ। ਲੇਕਿਨ ਪੂਰਾ ਡਿਟੇਲ ਦੇ ਵਿੱਚ ਸਟੂਡੈਂਟਸ ਤੋਂ ਲੈ ਕੇ, ਯੰਗਸਟਰਸ ਤੋਂ ਲੈ ਕੇ, ਔਰਤਾਂ ਤੋਂ ਲੈ ਕੇ ਹਰ ਤਬਕੇ, ਹਰ ਮਾਸ਼ਰੇ ਨੂੰ ਉਹਨਾਂ ਨੇ ਉਸ 13 ਨੁਕਾਤੀ ਪ੍ਰੋਗਰਾਮ ਦੇ ਵਿੱਚ ਟੱਚ ਕੀਤਾ। ਇੱਥੋਂ ਇਹ ਪਤਾ ਲੱਗਦਾ ਸੀ ਕਿ ਉਹਨਾਂ ਨੇ ਇੱਕ ਪੰਜਾਬ ਦਾ ਨਵਾਂ ਡਿਵੈਲਪਮੈਂਟ ਦਾ ਏਜੰਡਾ ਸੈੱਟ ਕੀਤਾ। ਖੈਰ, ਉਹ ਏਜੰਡਾ ਲੋਕਾਂ ਨੂੰ ਕਿੰਨਾ ਪ੍ਰਭਾਵਿਤ ਕਰੇਗਾ ਜਾਂ ਨਹੀਂ ਕਰੇਗਾ, ਉਹ ਤਾਂ ਖੈਰ ਸਮਾਂ ਹੀ ਦੱਸੂਗਾ। ਲੇਕਿਨ ਸ਼ੁਰੂਆਤ ਦੇ ਵਿੱਚ ਜਿਹੜੇ ਸਿਆਸੀ ਮਾਹਰ ਨੇ ਜਾਂ ਐਨਾਲਿਸਿਸ ਕਰਦੇ ਨੇ ਇਹਨਾਂ ਚੀਜ਼ਾਂ ਦਾ, ਉਹਨਾਂ ਨੇ ਇਸ ਚੀਜ਼ ਦੀ ਤਾਰੀਫ ਜ਼ਰੂਰ ਕੀਤੀ ਆ। ਹਾਂ, ਇਹ ਗੱਲ ਬਿਲਕੁਲ ਤੁਹਾਡੀ ਠੀਕ ਆ। ਉਹਨਾਂ ਨੂੰ ਹੁਣ ਇੱਕ ਦੁਸ਼ਮਣ ਸਿੱਧੇ ਤੌਰ ਤੇ ਨਜ਼ਰ ਆਉਣ ਲੱਗ ਗਿਆ। ਕੈਪਟਨ ਅਮਰਿੰਦਰ ਸਿੰਘ ਨੂੰ ਢਾਉਣਾ 5 ਸਾਲਾਂ ਬਾਅਦ, ਜਦੋਂ ਐਂਟੀ ਇਨਕੰਬੈਂਸੀ ਸਰਕਾਰ ਦੇ ਖਿਲਾਫ ਬਹੁਤ ਸਾਰੀਆਂ ਲੋਕਾਂ ਦੇ ਵਿੱਚ ਇਹ ਆ ਜਾਂਦਾ ਕਿ ਇਹ ਸਰਕਾਰ ਚੰਗੀ ਨਹੀਂ ਚੱਲਦੀ। ਉਹਨਾਂ ਦੇ ਖਿਲਾਫ ਕਈ ਤਰ੍ਹਾਂ ਦੀਆਂ ਉਹਨਾਂ ਦੇ ਮਨਾਂ ਦੇ ਵਿੱਚ ਦਰਾਰਾਂ ਵੀ ਆ ਜਾਂਦੀਆਂ, ਤੇ ਉਹ ਚਾਹੁੰਦੇ ਨੇ ਕਿ ਇਹਨਾਂ ਨੂੰ ਤਾਂ ਹੁਣ ਬਾਹਰ ਕਰ ਦਿਓ, ਜਿਹਨੂੰ ਅਸੀਂ ਐਂਟੀ ਐਸਟੈਬਲਿਸ਼ਮੈਂਟ ਜਾਂ ਐਂਟੀ ਇਨਕੰਬੈਂਸੀ ਕਹਿੰਦੇ ਆ। ਲੇਕਿਨ ਹੁਣ ਜਿਹੜਾ ਉਹਨਾਂ ਨੂੰ ਇੱਕ ਨਵਾਂ ਵਿਰੋਧੀ, ਇੱਕ ਨਵਾਂ ਦੁਸ਼ਮਣ ਮਿਲਿਆ, ਉਹ ਲੜਾਈ ਸਿੱਧੀ ਹੋ ਗਈ ਆ, ਸਿੱਧੇ ਟਾਕਰੇ ਹੋ ਗਿਆ। ਤੇ ਕਿਤੇ ਨਾ ਕਿਤੇ ਇਸ ਚੀਜ਼ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਖੜਾ ਕਰਨ ਦੇ ਵਿੱਚ ਮਦਦ ਵੀ ਕੀਤੀ ਆ। ਤੇ ਨਵਜੋਤ ਸਿੰਘ ਸਿੱਧੂ ਦੇ ਵੀ ਟਾਕਰੇ ਸਿੱਧੇ ਹੀ ਨੇ, ਉਹਨਾਂ ਨੇ ਵੀ ਅਕਾਲੀ ਦਲ ਦੇ ਨਾਲ। ਲੇਕਿਨ ਹਾਂ, ਉਹਨਾਂ ਦੇ ਟਾਕਰੇ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਵੀ ਆ। ਉਹਨਾਂ ਦੀ ਜਿਹੜੀ ਸਕਿੱਲ ਆ ਜਾਂ ਉਹਨਾਂ ਦਾ ਜਿਹੜਾ ਤੁਸੀਂ ਦੇਖੋਗੇ ਇੱਕ ਐਟੀਟਿਊਡ ਆਉਣ ਵਾਲੇ ਦਿਨਾਂ 'ਚ ਇਹ ਨਜ਼ਰ ਆਉਣਾ ਹੋਊਗਾ, ਲੋਕਾਂ ਨੂੰ ਦੱਸਿਆ ਜਾਊਗਾ ਕਿ ਕਿਸ ਖੂਬੀ ਨਾਲ, ਕਿਸ ਬਖੂਬੀ ਨਾਲ ਉਹ ਕੈਪਟਨ ਅਮਰਿੰਦਰ ਸਿੰਘ ਹੋਣਾ ਤੋਂ ਕੰਮ ਕਰਵਾ ਸਕਦੇ ਨੇ। ਕਿਉਂਕਿ ਜੇ ਕੰਮ ਨਹੀਂ ਕਰਵਾ ਸਕਦੇ ਆਪਣੇ ਹੀ ਪਾਰਟੀ ਤੋਂ, ਚਾਹੇ ਪਿਆਰ ਨਾਲ ਕਰਵਾ ਲੈਣ, ਚਾਹੇ ਜ਼ੋਰ ਪਾ ਕੇ ਕਰਵਾ ਲੈਣ, ਜਾਂ ਸਿਆਸੀ ਚਾਲਾਂ ਚੱਲ ਕੇ ਕਰਵਾ ਲੈਣ, ਇਹ ਉਹਨਾਂ ਦੀ ਖੂਬੀ ਜਾਂ ਬਖੂਬੀ ਉਹ ਨਜ਼ਰ ਲੋਕਾਂ ਨੂੰ ਆਉਣੀ ਆ। ਕਿਤੇ ਨਾ ਕਿਤੇ ਹੁਣ ਉਹ ਦੋਨਾਂ ਪਾਸੇ ਤੋਂ ਫਸੇ ਆ। ਉਹ ਵਿਰੋਧੀ ਧਿਰਾਂ ਨੂੰ ਵੀ ਲੈਣਾ ਉਹਨਾਂ ਨੇ, ਤੇ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਕੰਮ ਵੀ ਲੈਣੇ ਆ, ਤੇ ਲੋਕਾਂ ਨੂੰ ਸੈਟੀਸਫਾਈ ਵੀ ਕਰਨਾ, ਤੇ ਆਪਣੇ ਪ੍ਰਧਾਨਗੀ ਨੂੰ ਜਸਟੀਫਾਈ ਵੀ ਕਰਨਾ। ਇਹ ਸਾਰਾ ਕੁਝ ਆ, ਬੜੇ ਵੱਡੇ ਚੈਲੰਜ ਆ ਉਹਨਾਂ ਲਈ। ਜੀ ਬਿਲਕੁਲ ਬਿਲਕੁਲ ਬਿਲਕੁਲ। ਲੇਕਿਨ ਇੱਕ ਚੀਜ਼ ਬਹੁਤ ਅਹਿਮ ਆ ਕਿ ਸਿੱਧੂ ਕੋਲ ਆਸਾਨ ਟਾਸਕ ਇਹ ਹੈ ਕਿ ਉਹ ਇੱਕੋ ਵੇਲੇ ਦੋਵਾਂ ਨੂੰ ਇੱਕੋ ਪੇਜ ਤੇ ਦਿਖਾਉਣਗੇ, ਇਹ ਰਲੇ ਹੋਣ ਲਈ ਕਹਿਣਗੇ। ਜਿਹੜੀ ਸੱਤਾ ਪਰਿਵਰਤਨ ਹੈ, ਮਿਲ ਕੇ ਹੋਣ ਦੀ ਗੱਲ ਕਰਨਗੇ। ਉਹ ਕਹਿਣਗੇ ਕਿ ਪੰਜਾਬ ਦੇ ਵਿੱਚ ਪਿਛਲੇ 10 ਸਾਲ ਤੇ ਹੁਣ ਵਾਲੇ 5 ਸਾਲ ਇਹ ਮਸਲੇ ਨਸ਼ੇ ਤੋਂ ਲੈ ਕੇ ਬੇਅਦਬੀ ਤੱਕ ਸਿੱਧੂ ਕੋਲ ਫੋਕਸ ਕਰਨ ਲਈ ਚੀਜ਼ਾਂ ਬਹੁਤ ਨੇ। ਲੇਕਿਨ ਲੜਾਈ ਦੀ ਧਾਰ ਉਨੀ ਤਿੱਖੀ ਕਰਨੀ ਹੋਊਗੀ ਸਿੱਧੂ ਨੂੰ, ਇੰਨਾ ਉਹ ਵਿਲ ਦਿਖਾ ਪਾਉਣਗੇ। ਹਾਈ ਕਮਾਂਡ ਦੇ ਸਮਝੌਤਾਵਾਦੀ ਪਹੁੰਚ ਵੀ ਹੋਣਗੇ, ਦਬਕੇ ਵੀ ਹੋਣਗੇ, ਔਰ ਖਾਸ ਤੌਰ ਤੇ ਇਹਨਾਂ ਦੇ ਨਾਲ ਤੁਰਨ ਵਾਲਿਆਂ ਦੇ ਖਿਲਾਫ ਪ੍ਰਸ਼ਾਸਨਿਕ ਸੱਤਾ ਵੀ ਹੋਊਗੀ। ਬੜਾ ਕੁਝ ਐਸਾ ਹੈ। ਲੇਕਿਨ ਇਹ ਸਾਰੇ ਦਰਮਿਆਨ ਸੁਖਦੇਵ ਸਿੰਘ ਢੀਂਡਸਾ ਅੱਜ ਕਿਸੇ ਜਿਹੜੀ ਪਛੜੇ ਵਰਗਾਂ ਦੀ ਰਾਜਨੀਤੀ ਆ ਉਹਦੇ ਨਾਲ ਸੰਬੰਧਿਤ ਕਿਸੇ ਧੜੇ ਨਾਲ ਇਲੈਕਸ਼ਨ ਜਿਹਨੂੰ ਕਹਿੰਦੇ ਹੁੰਦੇ ਸਮਝੌਤੇ ਜਾਂ ਕੁਝ ਇਸ ਤਰ੍ਹਾਂ ਦੀ ਗੱਲ ਵੱਲ ਅੱਗੇ ਵੱਧ ਰਿਹਾ। ਆਉਂਦੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਔਰ ਸੁਖਦੇਵ ਸਿੰਘ ਢੀਂਡਸਾ ਦੇ ਗਰੁੱਪ ਦਾ ਇਕੱਠੇ ਹੋਣ ਦਾ, ਸਮਝੌਤਾ ਕਰਨ ਦਾ ਇਹ ਅੱਗੇ ਨਾਲੋਂ ਅਸਾਰ ਵੱਧ ਗਿਆ। ਪੰਜਾਬ ਦੀ ਰਾਜਨੀਤੀ ਜਿਵੇਂ ਜਿਵੇਂ ਅੱਗੇ ਵੱਧ ਰਹੀ ਹੈ, ਆਮ ਆਦਮੀ ਪਾਰਟੀ ਕੋਲ ਵੀ ਚਿਹਰਿਆਂ ਦੀ ਕਮੀ ਆ। ਸੋ ਆਉਂਦੇ ਦਿਨੀ ਸੰਯੁਕਤ ਅਕਾਲੀ ਦਲ ਔਰ ਆਮ ਆਦਮੀ ਪਾਰਟੀ 'ਚ ਕਿਸੇ ਪੱਧਰ ਤੇ ਗੱਲ ਮੁੱਕਦੀ ਦਿਸ ਸਕਦੀ ਹੈ, ਇਹ ਲੰਬੀ ਹੋ ਸਕਦੀ ਹੈ। ਲੇਕਿਨ ਡੈਫੀਨੇਟਲੀ ਤੀਜੇ ਧੜੇ ਦੀ ਰਾਜਨੀਤੀ ਸਿਰਫ ਰਹਿ ਗਈ ਆ, ਚੌਥੇ ਧੜੇ ਦੀ ਰਾਜਨੀਤੀ ਨਹੀਂ। ਇਸ ਗੱਲ ਦੇ ਵਿੱਚ ਅਕਾਲੀ ਸਭਾ 'ਚ ਵੀ ਗੱਲ ਆ, ਜਿਹੜੇ ਰਹਿ ਜਾਣਗੇ ਉਹ ਟਿਕਟਾਂ ਦਾ ਜਿੱਥੇ ਜੇ ਖੱਪਾ ਹੋਊਗਾ ਕਿ ਕਿੱਥੋਂ ਟਿਕਟ ਮਿਲ ਸਕਦੀ, ਕਿਉਂਕਿ ਰਵਾਇਤੀ ਪਾਰਟੀਆਂ ਕੋਲ ਜਗ੍ਹਾ ਹੈ ਨਹੀਂ ਗੀ। ਅੱਗੇ ਤੁਰਦੇ ਆ ਜੀ। ਮੈਨੂੰ ਇਹ ਜਾਂਦੇ ਜਾਂਦੇ ਜ਼ਰੂਰ ਦੱਸਿਓ ਕਿ ਜਿਹੜਾ ਆ ਬਿਜਲੀ ਨਾਲ ਸੰਬੰਧਿਤ ਇੱਕ ਵੱਡੀ ਅੰਗਰੇਜ਼ੀ ਅਖਬਾਰ 'ਚ ਖਬਰ ਛਪੀ ਆ ਕਿ ਖਪਤਕਾਰਾਂ ਨੂੰ ਕੋਈ 125 ਕਰੋੜ ਰੁਪਏ ਦਾ ਸਾਲ ਦਾ ਬੈਨੀਫਿਟ ਹੋ ਸਕਦਾ। ਕਿਸੇ ਰੈਗੂਲੇਟਰੀ ਨੇ ਕੋਈ ਹਾਂ ਪੱਖੀ ਰੁਖ ਦਿਖਾਇਆ, ਔਰ CMD ਪਾਵਰਕਾਮ ਇਹ ਕਹਿੰਦੇ ਨੇ ਕਿ ਬੈਨੀਫਿਟ ਹੋਊਗਾ ਤਾਂ ਗ੍ਰਾਹਕਾਂ ਨੂੰ ਦੇਾਂਗੇ, ਖਪਤਕਾਰਾਂ ਨੂੰ ਦੇਾਂਗੇ। ਇਹਦੇ ਤੇ ਜਰਾ ਟਿੱਪਣੀ ਕਰ ਦਿਓ, ਦੱਸ ਦਿਓ ਹੈ ਕੀ ਜੀ। ਤੁਹਾਨੂੰ ਯਾਦ ਹੋਣਾ ਰੰਧਾਵਾ ਜੀ, ਬੜੀ ਦੇਰ ਤੋਂ ਜਿਹੜੇ ਇਹ ਪਾਵਰ ਸਮਝੌਤੇ ਆ, ਪਾਵਰ ਐਗਰੀਮੈਂਟਸ ਜਿਹਨਾਂ ਨੂੰ ਆਪਾਂ ਕਹਿੰਦੇ ਆ, ਪਾਵਰ ਪਰਚੇਜ਼ ਐਗਰੀਮੈਂਟਸ,
ਇਹਨਾਂ ਤੇ ਬੜੀ ਚਰਚਾਵਾਂ ਹੋ ਰਹੀਆਂ ਸੀ ਤੇ ਸਾਰੀਆਂ ਪਾਰਟੀਆਂ ਦਾਅਵੇ ਕਰ ਰਹੀਆਂ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ, ਕਿਉਂਕਿ ਉਹ ਕਹਿ ਰਹੇ ਸੀ ਕਿ ਅਸੀਂ ਚੈਲੰਜ ਕਰਦੇ ਹਾਂ ਕਿ ਇਸ ਤੋਂ ਘੱਟ ਰੇਟ ਜਿਹੜੇ ਆ ਉਹ ਸਮਝੌਤਿਆਂ ਦੇ ਵਿੱਚ ਨਹੀਂ ਹੋ ਸਕਦੇ, ਚਾਹੇ ਪੂਰੀ ਤੁਸੀਂ ਭਾਰਤ ਦੇ ਵਿੱਚ ਚੈੱਕ ਕਰਵਾ ਲਓ। ਲੇਕਿਨ ਬਾਕੀ ਪਾਰਟੀਆਂ ਇਹ ਕਹਿ ਰਹੀਆਂ ਸੀ ਕਿ ਇਹਨਾਂ ਨੂੰ ਕੈਂਸਲ ਕਰੋ। ਖਾਸ ਤੌਰ ਤੇ ਨਵਜੋਤ ਸਿੰਘ ਸਿੱਧੂ ਦੀ ਟੋਨ ਦੇਖ ਲਓ ਜਾਂ ਆਮ ਆਦਮੀ ਪਾਰਟੀ ਦੀ ਦੇਖ ਲਓ, ਉਹ ਕਹਿ ਰਹੇ ਸੀ ਕਿ ਨਹੀਂ, ਇਹ ਜਿਹੜੇ ਸਮਝੌਤੇ ਆ ਗਲਤ ਹੋਇਆ ਤੇ ਲੋਕਾਂ ਤੇ ਬਹੁਤ ਬੋਝ ਪੈ ਰਿਹਾ। ਇਹ ਜਦੋਂ 15-20 ਦਿਨ ਪਹਿਲਾਂ ਕਵਾਇਦ ਸ਼ੁਰੂ ਹੋਈ ਸੀ ਤੇ ਮਾਰਚ ਦੇ ਮਹੀਨੇ, ਇਸੇ ਸਾਲ ਮਾਰਚ ਦੇ ਮਹੀਨੇ ਦੇ ਵਿੱਚ ਪਾਵਰ ਕਾਰਪੋਰੇਸ਼ਨ ਨੇ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ, PSPCL ਆਪਾਂ ਕਹਿ ਦਿੰਦੇ ਆ ਇਹਨੂੰ, ਇਹਨਾਂ ਦੇ ਜਿਹੜੇ ਚੇਅਰਮੈਨ ਨੇ, ਮੈਨੇਜਿੰਗ ਡਾਇਰੈਕਟਰ ਇਹਨਾਂ ਵੱਲੋਂ ਵੇਨੂ ਪ੍ਰਸਾਦ, ਇਹਨਾਂ ਨੇ ਇੱਕ ਪਟੀਸ਼ਨ ਦਾਇਰ ਕੀਤੀ ਸੀ ਪੰਜਾਬ ਸਟੇਟ ਇਲੈਕਟ੍ਰਿਸਿਟੀ ਰੈਗੂਲੇਟਰੀ ਕਮਿਸ਼ਨ ਆਏ ਕਮਿਸ਼ਨ ਦੇ ਵਿੱਚ ਇਹ ਕੀਤੀ ਸੀ ਕਿ ਸਾਡੇ ਤੋਂ ਜਿਹੜਾ ਅੰਤਾ, ਔਰਈਆ ਤੇ ਦਾਦਰੀ, ਇਹ ਜਿਹੜੇ ਪਾਵਰ ਪਲਾਂਟਾਂ ਤੋਂ ਥਰਮਲ ਤੋਂ ਆਉਂਦੀ ਆ, ਇਹਨਾਂ ਤੋਂ ਅਸੀਂ ਆਪਣੇ ਸਮਝੌਤੇ ਰੱਦ ਕਰਨੇ ਚਾਹੀਦੇ ਆ, ਕਿਉਂਕਿ ਸਾਡੇ ਕੋਲੇ ਪਹਿਲਾਂ ਹੀ ਜਿਹੜੀ ਆ ਸਰਪਲਸ ਇਲੈਕਟ੍ਰਿਸਿਟੀ ਆ ਤੇ ਅਸੀਂ ਐਵੇਂ ਇਹਨਾਂ ਨੂੰ ਪੈਸੇ ਦੇਈ ਜਾਂਦੇ। ਇਹ ਗੱਲ ਬਹੁਤ ਧਿਆਨ ਨਾਲ ਸੁਣਨ ਵਾਲੀ ਆ, ਕਿਉਂਕਿ ਕਾਰਨ ਇਹ ਹੈ ਕਿ ਜਿਹੜਾ ਨੈਸ਼ਨਲ ਥਰਮਲ ਜਿਹੜਾ ਸਾਡਾ ਹੈਗਾ ਪਾਵਰ ਕਾਰਪੋਰੇਸ਼ਨ, NTPC ਵੀ ਆਪਾਂ ਉਹਨੂੰ ਕਹਿ ਦਿੰਦੇ ਆ, ਇਹਦੇ ਅਧੀਨ ਆਉਂਦੇ ਆ। ਰੈਗੂਲੇਟਰੀ ਕਮਿਸ਼ਨ ਨੇ ਉਹ ਅਰਜ਼ੀ ਸਾਂਭੀ ਰੱਖੀ ਤੇ ਹੁਣ ਜੂਨ ਦੇ ਮਹੀਨੇ ਦੇ ਵਿੱਚ ਉਹਨਾਂ ਨੇ ਉਹ ਅਰਜ਼ੀ ਲੈ ਲਈ, ਉਹ ਪਟੀਸ਼ਨ ਲੈ ਲਈ, ਉਸ ਤੇ ਫੈਸਲਾ ਹੁਣ ਆਇਆ ਕਿ ਹਾਂ ਤੁਸੀਂ ਉਹ ਸਮਝੌਤੇ ਰੱਦ ਕਰ ਸਕਦੇ ਹੋ। ਹੁਣ ਮੈਂ ਤੁਹਾਨੂੰ ਥੋੜਾ ਜਿਹਾ ਇਹਦੇ ਵਿੱਚ ਇਹ ਵੀ ਦੱਸ ਦਿੰਦਾ ਕਿ ਸਨ 2019 ਤੇ 20 ਦੇ ਵਿੱਚ, ਸਨ 2000 ਪਹਿਲਾਂ ਤੇ 18 ਤੇ 19 ਦੇ ਵਿੱਚ ਅਸੀਂ 100 ਲਗਭਗ 29 ਕਰੋੜ ਇਹਨਾਂ ਥਰਮਲ ਪਲਾਂਟਸ ਨੂੰ ਦਿੱਤੇ ਆ। ਹਾਲਾਂਕਿ ਅਸੀਂ ਆਲਰੇਡੀ ਇਹਨਾਂ ਤੋਂ ਇੰਨੀ ਇਲੈਕਟ੍ਰਿਸਿਟੀ ਨਹੀਂ ਸੀ ਜਨਰੇਟ ਕਰ ਰਹੇ। ਇਸੇ ਤਰ੍ਹਾਂ ਸਨ 19 ਤੇ ਸਨ 2020 ਦੇ ਵਿੱਚ ਇਹਨਾਂ ਨੂੰ ਘੱਟੋ ਘੱਟ 115 ਕਰੋੜ ਰੁਪਏ ਗਏ ਨੇ। ਹੁਣ ਇਸ ਤੋਂ ਨਿਜਾਤ ਮਿਲੂਗੀ ਤੇ ਹੁਣ ਵੇਨੂ ਪ੍ਰਸਾਦ ਹੋਣਾ ਦਾ ਆਪਣਾ ਹੀ ਕਹਿਣਾ ਕਿ ਇਸ ਨਾਲ ਘੱਟੋ ਘੱਟ 115 ਕਰੋੜ ਦਾ ਫਾਇਦਾ ਹੋਊਗਾ। ਜਿਹੜੀ ਰੈਗੂਲੇਟਰ ਕਮਿਸ਼ਨ ਨੇ, ਜਿਹੜਾ ਕਮਿਸ਼ਨ ਆ, ਉਹਨਾਂ ਨੇ ਅਰਜ਼ੀ ਨੂੰ ਮਨਜ਼ੂਰ ਕਰਕੇ ਤੇ ਇਹ ਸਹਿਮਤੀ ਦੇ ਕੇ ਕਿ ਤੁਸੀਂ ਇਹ ਪਾਵਰ ਸਮਝੌਤੇ ਰੱਦ ਕਰ ਸਕਦੇ ਹੋ। ਇੱਕ ਚੀਜ਼ ਕਲੀਅਰ ਹੋ ਗਈ ਆ ਕਿ ਜੇ ਇਹ ਸਮਝੌਤਾ ਤੇ ਇਹਨਾਂ ਨੂੰ ਰਿਵਿਊ ਕੀਤਾ ਜਾਂਦਾ, ਇਹਨਾਂ ਤੇ ਦੁਬਾਰਾ ਨਜ਼ਰ ਮਾਰੀ ਜਾਂਦੀ, ਤਾਂ ਜਾਂ ਜਿਹੜੇ ਮੁੱਢਲੇ ਅਫਸਰ ਨੇ ਜਿਨ੍ਹਾਂ ਚ ਸ਼ੁਰੂ ਚ ਸਮਝੌਤੇ ਜਿਨ੍ਹਾਂ ਨੇ ਕੀਤੇ ਆ, ਜੇ ਉਹ ਸਾਰਾ ਕੁਝ ਧਿਆਨ ਚ ਰੱਖ ਕੇ ਕਰਦੇ ਤੇ ਸ਼ਾਇਦ ਸਥਿਤੀ ਇੰਨੀ ਮਾੜੀ ਨਾ ਹੁੰਦੀ। ਦੂਸਰੇ ਪਾਸੇ ਮੈਂ ਇਹ ਵੀ ਕਹਿ ਦਿੰਦਾ, ਸਨ 2019-20 ਦੇ ਵਿੱਚ ਸਾਡੇ ਕੋਲੇ ਘੱਟੋ ਘੱਟ 29,000 ਮਿਲੀਅਨ ਯੂਨਿਟਸ ਵਾਧੂ ਵੀ ਮੰਨੇ ਜਾਂਦੇ ਆ, ਇਹ ਵੀ ਪਾਵਰ ਕਮਿਸ਼ਨ ਦਾ ਕਹਿਣਾ। ਸੋ ਇਹ ਸਾਰੀਆਂ ਚੀਜ਼ਾਂ ਨੂੰ ਹੁਣ ਵਿਚਾਰਿਆ ਜਾ ਰਿਹਾ ਤੇ ਵੇਨੂ ਪ੍ਰਸਾਦ ਹੋਣਾ ਦਾ ਇਹ ਵੀ ਕਹਿਣਾ ਕਿ ਆਉਣ ਵਾਲੇ ਦਿਨਾਂ 'ਚ ਅਸੀਂ ਇਸ ਤਰ੍ਹਾਂ ਦੇ ਹੋਰ ਵੀ ਕਈ ਫੈਸਲੇ ਲਵਾਂਗੇ, ਜਿੱਥੋਂ ਵੀ ਜਨਤਾ ਨੂੰ ਫਾਇਦਾ ਹੁੰਦਾ, ਜਿੱਥੇ ਵੀ ਸਾਡੇ ਤੇ ਘੱਟ ਬੋਝ ਪੈਂਦਾ ਜਿਹੜਾ ਫਾਈਨੈਂਸ਼ੀਅਲ, ਉਹ ਅਸੀਂ ਘਟਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਦੇਖਦੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਕਿਹੜੇ ਫੈਸਲੇ ਉਹ ਲੈਂਦੇ ਜੀ। ਲਓ ਬਈ ਲਓ, ਫੈਸਲੇ ਲਓ ਵੇਨੂ ਪ੍ਰਸਾਦ ਜੀ, 4.5 ਸਾਲ ਬਾਅਦ ਹੀ ਲਓ, ਕੁਝ ਤਾਂ ਰਾਤ ਦਿਓ। ਲੇਕਿਨ ਚੜੂਨੀ ਸਾਹਿਬ ਯੂ ਟਰਨ ਮਾਰ ਕੇ ਇੱਕ ਅਖਬਾਰ ਵੱਡੀ ਦੇ ਵਿੱਚ ਉਹਨਾਂ ਸਟੇਟਮੈਂਟ ਦਿੱਤੀ ਆ ਕਿ ਮੈਂ ਤਾਂ ਪੰਜਾਬ ਤੋਂ ਇਲੈਕਸ਼ਨ ਹੀ ਨਹੀਂ ਲੜਨੀ। ਦੂਜੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੇਰੇ ਅਕਸ ਨੂੰ ਢਾਹ ਲਾਈ ਆ। ਮੈਂ ਤਾਂ ਇੱਕ ਸੈਮੀਨਾਰ 'ਚ ਗਿਆ ਸੀਗਾ, ਉਹ ਵਪਾਰੀਆਂ ਦਾ ਸੀ ਤੇ ਗੱਲ ਤਾਂ ਹੋਣੀ ਸੀਗੀ ਕੋਈ ਹੋਰ ਤੇ ਗੱਲ ਤੁਰ ਪਈ ਕਿਸੇ ਹੋਰ ਪਾਸੇ। ਅਗਲਿਆਂ ਪਾਰਟੀ ਅਨਾਉਂਸ ਕਰਤੀ, ਮੈਨੂੰ CM ਬਣਾਤਾ ਤੇ ਇਹਦੇ ਨਾਲ ਮੇਰੇ ਅਕਸ ਨੂੰ ਢਾਹ ਲੱਗੀ ਆ। ਮੇਰਾ ਕੋਈ ਇਰਾਦਾ ਨਹੀਂ। ਖੈਰ, ਇਹ ਜਿਹੜੇ ਸੰਯੁਕਤ ਕਿਸਾਨ ਮੋਰਚਾ ਉਹਦੇ 'ਚ ਤਰੇੜਾਂ ਸੀ, ਦਰਾੜਾਂ ਸੀ। ਚੜੂਨੀ ਸਾਹਿਬ ਦਾ ਇਸ ਤਰ੍ਹਾਂ ਬੈਕਫੁੱਟ ਤੇ ਜਾਣਾ ਚੰਗਾ ਵੀ ਆ। ਕਿਸਾਨੀ ਅੰਦੋਲਨ ਅਜੇ ਚੱਲ ਰਿਹਾ। ਇਸ ਮੌਕੇ ਤੇ ਮੁੱਖ ਮੰਤਰੀ ਬਣਨਾ ਜਾਂ ਮੁੱਖ ਮੰਤਰੀ ਦਾ ਉਮੀਦਵਾਰ ਬਣਨਾ ਅਹੁਦੇ ਦਾ ਬਹੁਤੀਆਂ ਵਧੀਆ ਗੱਲਾਂ ਨਹੀਂ ਸੀ। ਚੜੂਨੀ ਸਾਹਿਬ ਨੂੰ ਬਹੁਤ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਖੈਰ, ਇਹਦੇ ਤੇ ਟਿੱਪਣੀ ਕਰ ਦਿਓ ਕਿ ਉਹ ਯੂ ਟਰਨ ਲੈ ਗਏ ਆ, ਕੋਈ ਫਾਇਦਾ ਹੋਊਗਾ ਜਾਂ ਨੁਕਸਾਨ ਹੋਇਆ? ਇਹਦੇ ਨਾਲ ਹੀ ਮੈਂ ਗੱਲ ਜੋੜ ਦਿੰਦਾ ਰੰਧਾਵਾ ਜੀ, ਤੁਸੀਂ ਯਾਦ ਕਰੋ ਆਮ ਆਦਮੀ ਪਾਰਟੀ ਨੇ ਇੱਕ ਚਰਚਾਵਾਂ ਛੇੜਤੀਆਂ ਸੀ, ਆਪ ਛੇੜੀਆਂ ਸੀ, ਕਿਸੇ ਵੱਲੋਂ ਛੜਾਈਆਂ ਗਈਆਂ ਸੀ। ਹਜੇ ਤੱਕ ਸਾਨੂੰ ਪਤਾ ਨਹੀਂ ਕਿ ਬਲਬੀਰ ਸਿੰਘ ਰਾਜੇਵਾਲ ਸਾਡੇ ਮੁੱਖ ਮੰਤਰੀ ਦੇ ਕੈਂਡੀਡੇਟ ਹੋਣਗੇ। ਉਹਨਾਂ ਨੇ ਬੜੇ ਸਾਫ਼ ਸ਼ਬਦਾਂ 'ਚ ਨਾ ਕਰ ਦਿੱਤੀ ਸੀ। ਇਸੇ ਤਰ੍ਹਾਂ ਜਿਹੜੇ ਗੁਰਨਾਮ ਸਿੰਘ ਚੜੂਨੀ ਆ, ਇਹ ਬੜੀ ਦੇਰ ਤੋਂ ਲੱਗੇ ਹੋਏ, ਇਹਨਾਂ ਦੀ 1 ਹਫ਼ਤੇ ਦੀ ਸਸਪੈਂਸ਼ਨ ਵੀ ਹੋਈ ਕਿ ਭਾਈ ਤੁਸੀਂ ਇਸ ਤਰ੍ਹਾਂ ਦੇ ਬਿਆਨ ਨਾ ਦਿਓ, ਕਿਉਂਕਿ ਸੰਯੁਕਤ ਕਿਸਾਨ ਮੋਰਚਾ ਇਸ ਦੇ ਹੱਕ 'ਚ ਨਹੀਂ ਆ। ਇਹ ਬੜੀ ਦੇਰ ਤੋਂ ਕਵਾਇਦ ਇਹਨਾਂ ਦੀ ਸ਼ੁਰੂ ਸੀ। ਬੇਸਿਕਲੀ ਚੜੂਨੀ ਹੋਣਾ ਦਾ ਮੰਨਣਾ ਇਹ ਆ ਕਿ ਅਸੀਂ ਕਟੋਰਾ ਫੜ ਕੇ ਕਿਉਂ ਖੜੀਏ, ਅਸੀਂ ਮੰਗਤੇ ਕਿਉਂ ਬਣੀਏ ਰਾਜਨੀਤਿਕ ਪਾਰਟੀ, ਸਿਆਸੀ ਪਾਰਟੀਆਂ ਤੋਂ। ਸਾਨੂੰ ਆਪਣੀ ਸੱਤਾ ਖੁਦ ਕਾਇਮ ਕਰਨੀ ਚਾਹੀਦੀ ਹੈ, ਸਾਨੂੰ ਆਪਣੇ ਫੈਸਲੇ ਖੁਦ ਲੈਣੇ ਚਾਹੀਦੇ ਆ, ਕਿਉਂਕਿ ਅਸੀਂ ਜਿਹੜੇ ਕਿਸਾਨ ਆ ਉਹ ਖੁਦ ਬੜੀ ਵੱਡੀ ਪਾਵਰ ਆ। ਅਸੀਂ ਇਹਨਾਂ ਦੇ ਲੋਕਾਂ ਦੇ ਹੱਥ ਜਿਹੜੇ ਆ ਉਹ ਕਿਉਂ ਮਜ਼ਬੂਤ ਕਰੀਏ, ਆਪਣੇ ਹੱਥ ਕਿਉਂ ਨਾ ਮਜ਼ਬੂਤ ਕਰੀਏ। ਖੈਰ, ਇਹ ਉਹਨਾਂ ਦੀ ਆਪਣੀ ਸੋਚ ਆ। ਇਸੇ ਵਿੱਚ ਜਦੋਂ ਲੁਧਿਆਣੇ ਇੱਕ ਮੀਟਿੰਗ ਹੁੰਦੀ ਆ, ਉੱਥੇ ਜਾਂਦੇ ਨੇ ਸੈਮੀਨਾਰ ਦੇ ਵਿੱਚ ਭਾਰਤੀ ਆਰਥਿਕ ਪਾਰਟੀ, BAPA ਨੂੰ ਕਹਿੰਦੇ ਆ, ਉਹ ਕਹਿੰਦੇ ਕਿ ਇਹ ਸਾਡੇ ਮੁੱਖ ਮੰਤਰੀ ਦੇ ਕੈਂਡੀਡੇਟ, ਇਹਨਾਂ ਨੂੰ ਅਸੀਂ ਮੁੱਖ ਮੰਤਰੀ ਬਣਾਵਾਂਗੇ। ਖੈਰ, ਇਸ ਤਰ੍ਹਾਂ ਮੁੱਖ ਮੰਤਰੀ ਬਣਨਾ ਹੁੰਦਾ ਤੇ ਸ਼ਾਇਦ ਬਹੁਤ ਸਾਰੀਆਂ ਪਾਰਟੀਆਂ ਹੁਣ ਤੱਕ ਕਈ ਮੁੱਖ ਮੰਤਰੀ ਪੈਦਾ ਕਰ ਦਿੰਦੇ। ਲੇਕਿਨ ਜਿਹੜੀ ਰਾਜਨੀਤੀ, ਸਿਆਸੀ ਜਿਹੜੀ ਰਾਹ ਹੁੰਦੀ ਹੈ, ਇਹ ਇੰਨੀ ਕੋਈ ਸੌਖੀ ਨਹੀਂ ਹੁੰਦੀ। ਇੱਕ ਚੀਜ਼ ਇਹ 'ਚ ਸਮਝਣੀ ਬਹੁਤ ਜ਼ਰੂਰੀ ਆ। ਦੇਖੋ, ਸੰਯੁਕਤ ਕਿਸਾਨ ਮੋਰਚੇ ਨਾਲ
ਆਮ ਤੌਰ ਤੇ ਰੰਧਾਵਾ ਜੀ ਇਹ ਗੱਲ ਕਹੀ ਆ ਕਿ ਸਾਨੂੰ ਜੀ ਇਹ ਗੱਲ ਠੀਕ ਆ ਕਿ ਅਸੀਂ ਜਿਹੜੇ ਰਾਜਨੀਤਿਕ ਸਿਆਸੀ ਪਾਰਟੀਆਂ ਨੂੰ ਤਾਕਤ ਦਿੰਨੇ ਆ, ਅਸੀਂ ਵੀ ਚਾਹੁੰਦੇ ਹਾਂ ਕਿ ਸਾਡੇ ਕੋਲ ਪਾਵਰ ਹੋਵੇ, ਸਾਡੇ ਕੋਲ ਵੀ ਉਹ ਫੈਸਲਾ ਲੈਣ ਦਾ ਹੱਕ ਹੋਵੇ। ਲੇਕਿਨ ਜਿੱਦਾਂ ਹੀ ਅਸੀਂ ਰਾਜਨੀਤੀ ਜਾਂ ਸਿਆਸੀਕਰਨ ਸਾਡਾ ਹੁੰਦਾ, ਸਾਡਾ ਜਿਹੜਾ ਅੰਦੋਲਨ ਆ ਉਹ ਕਮਜ਼ੋਰ ਪੈ ਜਾਂਦਾ, ਕਿਉਂਕਿ ਜੀ ਇਲਜ਼ਾਮ ਹੀ ਸੰਯੁਕਤ ਕਿਸਾਨ ਮੋਰਚੇ ਤੇ ਸਾਰੇ ਪਾਸਿਓਂ ਇਹ ਆ ਕਿ ਇਹ ਤਾਂ ਸਿਆਸਤ ਕਰਨ ਆਏ ਆ, ਇਹ ਕੋਈ ਅੰਦੋਲਨ ਨਹੀਂ ਕਰਨ ਆਏ। ਅੰਦੋਲਨ ਦਾ ਤਾਂ ਐਵੇਂ ਵਿਖਾਵਾ ਕਰ ਰਹੇ ਆ, ਇਹ ਤਾਂ ਪਾਰਟੀਆਂ ਬਦਲਣ ਆਏ ਆ, ਇਹ ਤਾਂ ਨਰਿੰਦਰ ਮੋਦੀ ਹੁਣਾਂ ਨੂੰ ਬਦਲਣ ਆਏ ਆ, ਇਹ ਤਾਂ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਇੱਕ ਮੋਰਚਾ। ਸੋ ਇਲਜ਼ਾਮ ਜੀ ਉਹਨਾਂ ਤੇ ਇਹ ਆ। ਇਸੇ ਕਰਕੇ ਉਹਨਾਂ ਨੇ ਸਿਆਸੀ ਨੇਤਾ ਹੋਣ, ਉਹਨਾਂ ਨੇ ਧਾਰਮਿਕ ਨੇਤਾ ਹੋਣ, ਉਹਨਾਂ ਨੇ ਆਪਣੀ ਸਟੇਜਾਂ ਤੇ ਚੜ੍ਹਨ ਨਹੀਂ ਦਿੱਤੇ। ਇੱਕ ਗੱਲ ਮੈਂ ਜਾਂਦੇ ਜਾਂਦੇ ਜ਼ਰੂਰ ਕਹਿ ਦੂੰਗਾ, ਕੈਪਟਨ ਅਮਰਿੰਦਰ ਸਿੰਘ ਨੇ ਜਾ ਕੇ ਪ੍ਰਧਾਨ ਮੰਤਰੀ ਤੋਂ ਇਹੀ ਗੱਲ ਕਹੀ ਆ ਕਿ ਕਿਸਾਨਾਂ ਦੀ ਗੱਲ ਸੁਣੋ, ਬਾਰਡਰ ਤੇ ਬੈਠੇ ਹੋਏ ਆ, ਉਹਨਾਂ ਦੀਆਂ ਜਿਹੜੀਆਂ ਡਿਮਾਂਡਸ ਨੇ ਬਹੁਤ ਜੈਨੂਇਨ ਨੇ, ਤੇ ਤੁਸੀਂ ਹੋ ਸਕਦਾ ਪ੍ਰਧਾਨ ਮੰਤਰੀ ਨੂੰ ਇੱਕ ਤਰ੍ਹਾਂ ਦਾ ਉਹ ਰਾਹ ਵੀ ਪ੍ਰਦਾਨ ਕਰ ਰਹੇ ਹੋਣ, ਕਿਉਂਕਿ ਭਾਰਤੀ ਜਨਤਾ ਪਾਰਟੀ ਕੇਂਦਰ ਸਰਕਾਰ ਕੋਈ ਰਾਹ ਲੱਭ ਰਹੀ ਆ ਕਿ ਸਾਡੀ ਜਿਹੜੀ ਨੱਕ ਆ ਉਹ ਵੀ ਨਾ ਕੱਟੀ ਜਾਵੇ ਤੇ ਮਸਲਾ ਵੀ ਹੱਲ ਹੋ ਜਾਏ, ਸੱਪ ਵੀ ਮਰ ਜੇ ਤੇ ਲਾਠੀ ਵੀ ਨਾ ਟੁੱਟੇ। ਹੋ ਸਕਦਾ ਇੱਕ ਰਾਹ ਪ੍ਰਦਾਨ ਕਰ ਰਹੇ ਹੋਣ ਜਿਸ ਦਾ ਹਵਾਲਾ ਦੇ ਕੇ ਉਹ ਇਸ ਚੋਂ ਨਿਕਲ ਸਕਦੇ ਹੋਣ। ਇਸ ਤੋਂ ਪਹਿਲਾਂ ਇਹ ਰਾਹ ਸੁਪਰੀਮ ਕੋਰਟ ਨੇ ਦਿੱਤਾ ਸੀ, ਜਦੋਂ ਉਹਨਾਂ ਨੇ ਹਜੇ ਤੱਕ ਤੁਸੀਂ ਦੇਖੋ ਇਹ ਤਿੰਨੇ ਕਾਨੂੰਨਾਂ ਤੇ ਉਹਨਾਂ ਨੇ ਆਰਜ਼ੀ ਤੌਰ ਤੇ ਰੋਕ ਲਾਈ ਹੋਈ ਆ, ਇਹ ਅੱਜ ਤੱਕ ਹਜੇ ਐਗਜ਼ੀਕਿਊਟ ਜਾਂ ਇੰਪਲੀਮੈਂਟਡ ਨਹੀਂ ਹੈ। ਸੋ ਉਦੋਂ ਵੀ ਰਾਹ ਦਿੱਤਾ ਸੀ ਤੇ ਹੁਣ ਵੀ ਰਾਹ ਦੇ ਰਹੇ ਨੇ, ਤੇ ਇਹ ਰਾਹ ਨੂੰ ਦੇਖਣ, ਕਿਸਾਨਾਂ ਨੂੰ ਜਿਹੜੇ 8 ਮਹੀਨਿਆਂ ਤੋਂ ਵੱਧ ਬੈਠੇ ਆ, ਇਹ ਘਰ ਜਾਣ, ਘਰ ਪਰਤਣ, ਆਪਣਾ ਜੀਵਨ ਚਲਾਉਣ ਤੇ ਬਾਕੀ ਜਿਹੜੇ ਆਮ ਜ਼ਿੰਦਗੀ ਬਤੀਤ ਕਰਨ, ਤੇ ਫਿਰ ਦੇਖ ਲੈਣ ਵੀ ਰਾਜਨੀਤੀ ਕਿਹੜੇ ਪਾਸੇ ਨੂੰ ਜਾਂਦੀ ਹੈ। ਜੀ ਬਿਲਕੁਲ, ਮਾਣਯੋਗ ਸੁਪਰੀਮ ਕੋਰਟ ਦੇ ਜਿਹੜੇ ਚੀਫ ਜਸਟਿਸ ਹੈ ਉਹਨਾਂ ਨੇ ਪਿਛਲੇ ਦਿਨਾਂ 'ਚ ਬੜਾ ਦਮ ਦਿਖਾਇਆ ਹੈ। ਉਹਨਾਂ ਨੇ ਨਿਰਪੱਖਤਾ ਵਾਲਾ ਚਿਹਰਾ ਜ਼ਾਹਰ ਕੀਤਾ ਹੈ। ਇਲਜ਼ਾਮ ਤਰਾਸ਼ੀਆਂ ਬਹੁਤ ਹੁੰਦੀਆਂ ਰਹੀਆਂ ਅਦਾਲਤਾਂ ਤੇ ਪਿਛਲੇ ਸਮੇਂ 'ਚ, ਪਰ ਕੁਝ ਇੱਕ ਠੀਕ ਫੈਸਲਿਆਂ ਦੀ ਗੱਲ ਹੁੰਦੀ ਹੈ। ਐਸੇ ਵਿੱਚ ਜਿਹੜੇ ਕਿਸਾਨੀ ਨਾਲ ਸੰਬੰਧਿਤ ਇੱਕ ਕਮੇਟੀ ਬਣੀ ਸੀਗੀ ਸੁਪਰੀਮ ਕੋਰਟ ਦੀ ਨਿਗਰਾਨੀ 'ਚ, ਉਹਦੀ ਵੀ ਰਿਪੋਰਟ ਆਈ ਹੋਈ ਆ। ਕਈ ਪਟੀਸ਼ਨਾਂ ਇਕੱਠੀਆਂ ਕਲੱਬ ਕੀਤੀਆਂ ਸੀਗੀਆਂ। ਮਾਣਯੋਗ ਸੁਪਰੀਮ ਕੋਰਟ ਨੂੰ ਚਾਹੀਦਾ ਹੈ ਕਿ ਉਹ ਆਪ ਵਿੱਚ ਦਖਲਅੰਦਾਜ਼ੀ ਕਰਕੇ ਸਰਕਾਰ ਔਰ ਕਿਸਾਨਾਂ ਨੂੰ ਵਿਚਲੇ ਰਾਹ ਥਾਣੀ ਬਾਹਰ ਕੱਢਣ ਦੀ ਕੋਸ਼ਿਸ਼ ਕਰਨ। ਇਹ ਬਿੱਲ ਲਾਗੂ ਤਾਂ ਕਦੇ ਵੀ ਨਹੀਂ ਹੋਣੇ, ਹੁਣ ਜਿੰਨਾ ਵਿਰੋਧ ਝੱਲਿਆ, ਕਿਸੇ ਸਿਆਸੀ ਬੰਦੇ ਨੇ ਜਾਂ ਪਾਰਟੀ ਨੇ ਜ਼ਰੂਰਤ ਨਹੀਂ ਕਰਨੀ ਪੰਗਾ ਲੈਣ ਦੀ। ਲੇਕਿਨ ਜੀ ਅਗਲਾ ਇੱਕ ਲਾਸਟ ਇੱਕ ਪਹਿਲੂ ਛੇੜ ਕੇ ਗੱਲ ਖਤਮ ਕਰ ਦਿਆਂਗੇ। ਕਹਿੰਦੇ ਬੰਦਾ ਜਦੋਂ ਜੰਮਦਾ ਹੈ ਉਹ ਕਿਸੇ ਧਰਮ, ਵਿਸ਼ੇਸ਼ ਜਾਤੀ, ਫਿਰਕੇ 'ਚ ਜੰਮਦਾ ਹੈ ਤੇ ਉਹ ਸਾਰੇ ਹੱਕ ਹਕੂਕ ਲੈ ਕੇ ਜੰਮਦਾ ਹੈ। ਉਸ ਤੋਂ ਬਾਅਦ ਇਹ ਕੁਦਰਤੀ ਕਾਨੂੰਨ ਆ, ਉਹਦੇ ਮੌਲਿਕ ਅਧਿਕਾਰ ਆ ਕਿ ਉਹਨੇ ਕਿਸ ਧਰਮ 'ਚ ਰਹਿਣਾ, ਕਿਹਨੂੰ ਮੰਨਣਾ, ਕਿਹਨੂੰ ਨਹੀਂ ਮੰਨਣਾ, ਉਹਦਾ ਨਿੱਜ ਆ। ਲੇਕਿਨ ਇਹ ਸਾਡੀ ਇੱਕ ਸਿੱਖ ਕੌਮ ਆ ਜਿਹਨੂੰ ਇਹ ਸਿਰਫ ਹਾਸਲ ਵੀ ਕਹਿ ਸਕਦੇ ਆ, ਇਹ ਮਾਣ ਵੀ ਆ ਕਿ ਇੱਕੋ ਸਮੇਂ ਭਾਰਤੀ ਸੰਵਿਧਾਨ ਨੂੰ ਵੀ ਮੰਨਦੀ ਹੈ ਔਰ ਦੂਜੇ ਬੰਨੇ ਜਾਂ ਕਿਸੇ ਵੀ ਵਿਸ਼ਵ 'ਚ ਜਿੱਥੇ ਵੀ ਸਿੱਖ ਰਹਿੰਦੇ ਆ ਉਹਨਾਂ ਤੇ ਇੱਕ ਸਾਡੀ ਮਰਿਆਦਾ, ਧਾਰਮਿਕ ਮਰਿਆਦਾ ਹੁੰਦੀ ਆ, ਅਕਾਲ ਤਖਤ ਸਾਹਿਬ ਦੀ ਮਰਿਆਦਾ ਹੈ। ਦੂਜੀ ਮਰਿਆਦਾ ਜਿਹੜੀ ਹੈ ਡਿਸਿਪਲਨ ਆ, ਜਿਸ ਵੀ ਦੇਸ਼ ਦੇ ਵਸਨੀਕ, ਉਹਦਾ ਸੰਵਿਧਾਨ ਹੈ। ਹੁਣ ਮਤਵਾਜੀ ਜਥੇਦਾਰ 2 ਮੰਤਰੀਆਂ ਤੇ 3 ਐਮਐਲਏਜ਼ ਨੂੰ ਕੱਢਣ ਨੂੰ ਫਿਰਦੇ ਆ। ਹੁਣ ਮੈਂ ਲਫ਼ਜ਼ ਤਾਂ ਇਹੀ ਕਹੂੰਗਾ ਵੀ ਛੇਕਣ ਨੂੰ ਫਿਰਦੇ ਆ, ਕਿਉਂਕਿ ਇਹ 2 ਵਾਰੀ ਸੱਦੇ ਸੀ, ਗਏ ਨਹੀਂ। ਕੱਲ 11 ਨੂੰ ਧਿਆਨ ਸਿੰਘ ਮੰਡ ਅਕਾਲ ਤਖਤ ਤੋਂ ਕਹਿ ਗਏ ਵੀ ਹੁਣ 20 ਨੂੰ ਹੁਕਮਨਾਮਾ ਸੁਣਾਵਾਂਗੇ, ਤੇ ਹੁਕਮਨਾਮੇ ਤੁਹਾਨੂੰ ਪਤਾ ਹੀ ਹੈ ਕੀ ਹੁੰਦੇ ਆ। ਹੁਕਮਨਾਮਾ ਜੇ ਅਗਲਿਆਂ ਨੇ ਨਹੀਂ ਮੰਨੀ ਤੇ ਅਸੀਂ ਵੀ ਤੁਹਾਡੀ ਨਹੀਂ ਮੰਨਦੇ। ਐਸੀ ਸਥਿਤੀ ਦੇ ਵਿੱਚ ਬਰਗਾੜੀ ਵਾਲਾ ਮਾਮਲਾ, ਬੇਅਦਬੀ ਮਾਮਲੇ ਇੱਕ ਵਾਰੀ ਫਿਰ ਪ੍ਰਮੁਖਤਾ ਨਾਲ ਅੱਗੇ ਆ ਰਹੇ ਆ। SITs ਆਪਣੀ ਜਗ੍ਹਾ ਨੇ, ਲੇਕਿਨ ਜਿਹੜਾ ਇਹ ਧਾਰਮਿਕ ਇੱਕ ਹੁਣ ਨਵਾਂ ਮਸਲਾ ਪੈਦਾ ਹੋ ਗਿਆ, ਇਹਦੇ ਵਿੱਚ ਇੱਕ ਟਕਰਾਅ ਵੀ ਰਹੂਗਾ ਕਿ ਜਿਹੜੇ ਮੌਜੂਦਾ ਕਾਰਜਕਾਰੀ ਜਥੇਦਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਵਾਨਿਤ ਨੇ, ਗਿਆਨੀ ਹਰਪ੍ਰੀਤ ਸਿੰਘ, ਉਹਨਾਂ ਦੇ ਸਮਾਨਾਂਤਰ ਭਾਈ ਧਿਆਨ ਸਿੰਘ ਮੰਡ ਜਿਹੜੇ ਕਾਰਜਕਾਰੀ ਜਥੇਦਾਰ ਆ ਮਤਵਾਜੀ ਵਜੋਂ, ਉਹ ਜੇ ਕੋਈ ਫੈਸਲਾ ਸੁਣਾ ਦਿੰਦੇ ਤੇ ਉਹਦੀ ਮਾਨਤਾ ਕਿੰਨੀ ਹੋਊਗੀ ਔਰ ਜਿਹੜੇ ਛੇਕੇ ਜਾਣਗੇ ਉਹਨੂੰ ਕਿੰਨਾ ਮੰਨਣਗੇ। ਕਿਉਂਕਿ ਪਿਛਲੇ ਸਮੇਂ 'ਚ ਜਿਹੜੇ ਛੇਕੇ ਗਏ ਉਹ ਤਾਂ ਆਰਾਮ ਨਾਲ ਤੁਰੇ ਫਿਰਦੇ ਆ, ਕਾਰੋਬਾਰ ਵੀ ਚਲਾ ਰਹੇ ਆ, ਕੰਮ ਵੀ ਚਲਾ ਰਹੇ ਆ, ਸਮਾਜ ਵਿੱਚ ਵੀ ਨੇ। ਸੋ ਹੁਕਮਨਾਮਿਆਂ ਦੀ ਆਪਣੀ ਅਹਿਮੀਅਤ ਤੇ ਆਪਣੀ ਜਿਹੜੀ ਉਹਨਾਂ ਦੀ ਇੱਜ਼ਤ ਸਨਮਾਨ ਉਹ ਵੀ ਕਈ ਵਾਰੀ ਘਟ ਜਾਂਦਾ ਹੈ ਜਦੋਂ ਅਸੀਂ ਲਾਗੂ ਹੀ ਨਹੀਂ ਕਰਾ ਪਾਉਂਦੇ। ਫਿਰ ਐਸੇ ਹੁਕਮਨਾਮੇ ਕਰਨੇ ਕਿਉਂ, ਜਾਂ ਇਹ ਕਰਨ ਤੋਂ ਪਹਿਲਾਂ ਸੋਚਿਆ ਜਾਵੇ ਕਿ ਸਾਰੀ ਕੌਮ ਕਵੇ ਹਾਂ ਇਹ ਹੁਕਮਨਾਮਾ ਹੈ ਤੇ ਇਹਦੇ ਤੇ ਪਹਿਰਾ ਦੇਣਾ ਹੈ। ਸੋ ਇਹ 2 ਪਹਿਲੂ, ਇਹਨੂੰ ਕਿਵੇਂ ਲੈਂਦੇ ਹੋ? ਹਾਲਾਂਕਿ ਸਾਡਾ ਨਾ ਤੁਹਾਡਾ ਨਾ ਮੇਰਾ ਅਧਿਕਾਰ ਖੇਤਰ ਆ, ਲੋਕ ਟਿੱਪਣੀਆਂ ਤੇ ਕਰਨਗੇ, ਪਰ ਦੇਖਿਓ ਜੀ ਅਸੀਂ ਤਾਂ ਖਬਰ ਦਾ ਐਨਾਲਿਸਿਸ ਕਰਨ ਲੱਗੇ ਆ, ਮਾਫ ਹੀ ਕਰ ਦਿਓ ਜੀ। ਰੰਧਾਵਾ ਜੀ ਦੇਖੋ, ਧਰਮ ਸਭ ਨੂੰ ਜੋੜਨਾ ਸਿਖਾਉਂਦਾ, ਤੋੜਨਾ ਨਹੀਂ ਸਿਖਾਉਂਦਾ। ਮੈਂ ਤਾਂ ਸਾਰੇ ਧਰਮਾਂ ਚੋਂ ਹਜੇ ਤੱਕ ਇਹੀ, ਜਿੰਨੀ ਕਿ ਮੇਰੀ ਸੋਚ ਆ ਜਾਂ ਜਿੰਨਾ ਕੁ ਮੈਂ ਜਾਣਿਆ, ਹਰ ਕਿਸੇ ਨੂੰ ਜੋੜਦਾ, ਤੋੜਦਾ ਨਹੀਂ। ਪਹਿਲੀ ਗੱਲ ਤਾਂ ਤੁਸੀਂ ਇਹ ਦੇਖੋ ਕਿ ਆਪਾਂ ਬਾਅਦ ਚ ਮੰਤਰੀਆਂ ਤੇ ਆਉਂਦੇ ਆ ਜਾਂ MLA ਤੇ, ਜਿਨ੍ਹਾਂ ਨੂੰ ਬੁਲਾਇਆ ਸੀ ਤੇ ਉਹ ਪਹੁੰਚੇ ਨਹੀਂ, ਤੇ ਹੁਣ 20 ਅਗਸਤ ਨੂੰ ਹੋ ਸਕਦਾ ਉਹਨਾਂ ਦੇ ਖਿਲਾਫ ਜਿਹੜਾ ਇਹ ਹੁਕਮਨਾਮਾ ਜਾਰੀ ਹੋ ਜੇ। ਪਹਿਲੀ ਗੱਲ ਤਾਂ ਇਹ ਆ ਕਿ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਆ ਅਕਾਲ ਤਖਤ ਦੇ ਜਥੇਦਾਰ SGPC ਵੱਲੋਂ ਥਾਪੇ ਗਏ ਨੇ, ਜਾਂ
ਜਿਹੜੇ ਹੁਣ ਧਿਆਨ ਸਿੰਘ ਮੰਡ ਹੋਣਾ ਦੀ ਗੱਲ ਆ ਸਰਬੱਤ ਖਾਲਸਾ ਵੱਲੋਂ, ਆਪਸ ਦੇ ਵਿੱਚ ਇਸ ਟਾਈਮ ਕਿਸ ਤਰ੍ਹਾਂ ਦੀ ਇਹਨਾਂ ਦੀ ਰਾਏ ਹੈ ਲੋਕਾਂ ਦੀ, ਕਿਹਨੂੰ ਮੰਨੀਏ ਤੇ ਕਿਹਨੂੰ ਨਾ ਮੰਨੀਏ, ਕਿਹਦਾ ਫੈਸਲਾ ਮੰਨੀਏ ਤੇ ਕਿਹਦਾ ਫੈਸਲਾ ਨਾ ਮੰਨੀਏ। ਆਪਸ ਦੇ ਵਿੱਚ ਜਿੰਨੀ ਦੇਰ ਤੱਕ ਇਹ ਗੱਲ ਕਲੀਅਰ ਨਹੀਂ ਹੋ ਜਾਂਦੀ, ਸਪਸ਼ਟ ਨਹੀਂ ਹੋ ਜਾਂਦੀ, ਤੁਸੀਂ ਕੌਮ ਨੂੰ ਸਿੱਧ ਤਾਂ ਹੀ ਦਓਗੇ। ਕੌਮ ਦਾ ਕੋਈ ਇੱਕ, ਜਿਵੇਂ ਅਕਾਲ ਤਖਤ ਸਾਹਿਬ ਜੇ ਕਿਸੇ ਨੂੰ ਹੁਕਮ ਆ ਜਾਂਦਾ ਜਾਂ ਹੁਕਮਨਾਮਾ ਜਾਰੀ ਹੋ ਜਾਂਦਾ, ਤੇ ਉਹਦੇ ਲਈ ਇਸ ਤੋਂ ਵੱਡਾ ਕੋਈ ਹੁਕਮ ਨਹੀਂ ਹੁੰਦਾ, ਤੇ ਉਹ ਜ਼ਰੂਰ ਪੇਸ਼ ਹੁੰਦੇ ਨੇ। ਇਤਿਹਾਸ ਦੇ ਵਿੱਚ ਬਹੁਤ ਸਾਰੀਆਂ ਐਗਜ਼ਾਮਪਲਸ ਨੇ, ਚਾਹੇ ਰਾਜੇ ਮਹਾਰਾਜਾ ਹੋਏ ਨੇ, ਚਾਹੇ ਮੁੱਖ ਮੰਤਰੀ ਹੋਏ ਨੇ, ਕੇਂਦਰੀ ਮੰਤਰੀ ਹੋਏ ਨੇ, ਸਾਰੇ ਇੱਥੇ ਆ ਕੇ ਉਹਨਾਂ ਨੇ ਸੇਵਾ ਵੀ ਕੀਤੀ, ਆਪਣੀਆਂ ਭੁੱਲਾਂ ਬਖਸ਼ਾਈਆਂ। ਲੇਕਿਨ ਇਸ ਦੇ ਬਾਵਜੂਦ ਇਹ ਜਿਹੜਾ ਨਵਾਂ ਇੱਕ ਤਰ੍ਹਾਂ ਦਾ ਵਿਵਾਦ ਪੈਦਾ ਹੋਇਆ, ਜਿਹਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਵੀ ਨੇ, ਇਹਦੇ ਨਾਲ ਧਿਆਨ ਸਿੰਘ ਮੰਡ ਨੇ, ਜਗਤਾਰ ਸਿੰਘ ਹਵਾਰਾ, ਤੁਸੀਂ ਉਹਨਾਂ ਦਾ ਵੀ ਜ਼ਿਕਰ ਕਰ ਸਕਦੇ ਹੋ। ਇਹ ਸਰਬੱਤ ਖਾਲਸਾ ਦੇ ਜਦੋਂ ਆਪਸ ਦੇ ਵਿੱਚ ਹੀ ਟਕਰਾਅ, ਪਹਿਲਾਂ ਤਾਂ ਆਪਸ 'ਚ ਫੈਸਲਾ ਕਰੋ ਕਿ ਕਿਸ ਨੇ ਹੁਕਮਨਾਮੇ ਜਾਰੀ ਕਰਨੇ ਆ। ਕੱਲ ਨੂੰ ਇਸੇ ਤਰ੍ਹਾਂ ਦਾ ਸਰਬੱਤ ਖਾਲਸਾ ਇਕੱਠਾ ਹੋ ਕੇ ਇੱਕ ਨਵੇਂ ਹੋਰ ਕਿਸੇ ਅਕਾਲ ਤਖਤ ਦੇ ਜਥੇਦਾਰ ਨੂੰ ਵੀ ਥਾਪ ਸਕਦਾ। ਕੌਮ ਲਈ, ਇਸ ਕਮਿਊਨਿਟੀ ਲਈ ਬੜੀ ਮੁਸ਼ਕਿਲ ਦੀ ਘੜੀ ਪੈਦਾ ਹੋ ਜਾਊਗੀ। ਪਹਿਲਾਂ ਆਪਸ ਦੇ ਵਿੱਚ ਇਹਨੂੰ ਸੁਲਝਾਉਣਾ ਬਹੁਤ ਜ਼ਰੂਰੀ ਆ। ਤੇ ਹੁਣ ਗੱਲ ਆਉਂਦੀ ਹੈ ਮੰਤਰੀਆਂ ਜਾਂ ਐਮਐਲਏ ਦੀ। ਬਿਲਕੁਲ ਉਹਨਾਂ ਦੀ ਗੱਲ ਆ, ਉਹੀ ਗੱਲ ਉਹਨਾਂ ਨੇ ਵੀ ਕਹੀ ਆ। ਉਹ ਕਹਿੰਦੇ ਜੀ ਸਾਨੂੰ ਆਉਣ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਹਿਚਕ ਨਹੀਂ ਹੈ, ਕਿਸੇ ਤਰ੍ਹਾਂ ਦੀ ਸਾਨੂੰ ਹੈਜ਼ਿਟੇਸ਼ਨ ਨਹੀਂ ਹੈ, ਅਸੀਂ ਆ ਜਾਾਂਗੇ। ਲੇਕਿਨ ਇਹ ਨਾ ਹੋਵੇ ਕਿ ਅਸੀਂ ਉੱਥੇ ਆਈਏ ਤੇ ਕਿਤੇ ਅਕਾਲ ਤਖਤ ਦੇ ਜਿਹੜੇ ਜਥੇਦਾਰ ਨੇ ਜਾਂ ਐਸਜੀਪੀਸੀ ਆ, ਕਿਉਂਕਿ ਟਕਰਾਅ ਆ ਆਪਸ ਦੇ ਵਿੱਚ, ਉਹ ਸਾਡੇ ਨਾਲ ਨਾਰਾਜ਼ ਹੋਣ। ਸੋ ਸਾਡੇ ਲਈ ਬੜੀ ਮਾੜੀ ਜਿਹੜੀ ਹੈ ਸਿਚੁਏਸ਼ਨ ਹੋ ਜਾਏਗੀ। ਕਿਉਂ ਨਹੀਂ ਤੁਸੀਂ ਚੰਡੀਗੜ੍ਹ ਆ ਜਾਂਦੇ ਜਾਂ ਸਾਨੂੰ ਕਿਸੇ ਇਹੋ ਜਿਹੀ ਜਗ੍ਹਾ ਤੇ ਬੁਲਾ ਲੈਂਦੇ, ਆਪਾਂ ਬੈਠ ਕੇ ਵਾਰਤਾਲਾਪ ਕਰਕੇ, ਗੱਲਬਾਤ ਕਰਕੇ, ਜਿਹੜੇ ਮਸਲੇ ਤੁਸੀਂ ਸਾਨੂੰ ਪੁੱਛਣਾ ਚਾਹੁੰਦੇ ਅਸੀਂ ਤੁਹਾਨੂੰ ਦੱਸ ਦਿੰਨੇ ਆ। ਸਾਡਾ ਤਾਂ ਅਧਿਕਾਰ ਖੇਤਰ ਵੀ ਨਹੀਂ ਆ। ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਤੇ ਵੀ ਗੱਲ ਸਿੱਟਤੀ ਸੀ ਕਿ ਇਹ ਜਿਹੜਾ ਮਹਿਕਮਾ ਵਾ, ਹੋਮ ਡਿਪਾਰਟਮੈਂਟ, ਗ੍ਰਹਿ ਵਿਭਾਗ, ਇਹ ਤਾਂ ਵੈਸੇ ਵੀ ਕੈਪਟਨ ਅਮਰਿੰਦਰ ਸਿੰਘ ਹੋਣਾ ਕੋਲੇ ਆ, ਉਹਨਾਂ ਨਾਲ ਤੁਸੀਂ ਹਜੇ ਤੱਕ ਕੋਈ ਗੱਲ ਨਹੀਂ ਕੀਤੀ। ਸੋ ਇਸ ਤਰ੍ਹਾਂ ਦੀ ਗੱਲਾਂ। ਸੋ ਮੈਨੂੰ ਇਹ ਲੱਗਦਾ ਕਿ ਇਹ ਮਾਮਲਾ ਇੰਨਾ ਸੌਖਾ ਨਹੀਂ ਹੈ ਜਿੰਨਾ ਇਹਨੂੰ ਦਿਖਾਇਆ ਜਾ ਰਿਹਾ। ਇਹਦੇ ਕਈ ਪੇਚ ਨੇ, ਪੇਚ ਤਾਂ ਹੀ ਖੁੱਲਣਗੇ ਜੇ ਆਪਸ 'ਚ ਰਲ ਮਿਲ ਕੇ ਬੈਠ ਕੇ ਗੱਲਬਾਤ ਹੋਵੇ। ਜੀ ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਇਹਦੇ 'ਚ ਇੱਕ ਹੋਰ ਪੇਚ ਸੀ ਪਿੱਛੇ, ਸਿਮਰਨਜੀਤ ਸਿੰਘ ਮਾਨ ਜਿਹੜੇ ਕਿ ਅੰਮ੍ਰਿਤਸਰ ਅਕਾਲੀ ਦਲ ਦੇ ਪ੍ਰਧਾਨ ਨੇ, ਉਹਨਾਂ ਨੇ ਵੀ ਬਹੁਤ ਆਪਣੀ ਜੀਵਨ ਭਰ ਦੇ ਵਿੱਚ ਕੌਮੀ ਮਸਲੇ ਅੱਗੇ ਤੋਰੇ ਨੇ। ਸਵਾਲ ਇਹ ਹੈ ਕਿ ਉਹ ਕਹਿੰਦੇ ਭਾਈ ਧਿਆਨ ਸਿੰਘ ਮੰਡ ਪੂਰੇ ਜਥੇਦਾਰ ਨੇ, ਕਿਉਂਕਿ ਇਹਨਾਂ ਨੇ ਪਹਿਲਾਂ ਮਾਨਤਾ ਦਿੱਤੀ ਸੀ ਜਦੋਂ ਗੱਲਬਾਤ ਚਲਾਈ ਸੀ। ਬਰਗਾੜੀ ਮੌਕੇ ਤਾਂ ਕਹਿੰਦੇ ਸੀ ਜਥੇਦਾਰ ਸਾਹਿਬ, ਸਟੇਜ ਤੇ ਜਾ ਕੇ ਵੀ ਉਹਨਾਂ ਨੂੰ ਜਥੇਦਾਰ ਮੰਨਦੇ ਰਹੇ ਕਾਂਗਰਸੀ ਐਮਐਲਏ ਔਰ ਮੰਤਰੀ। ਤੇ ਹੁਣ ਮੌਕਾ ਬਦਲ ਗਿਆ, ਰਾਹ ਕੱਢ ਲਏ ਗਏ ਆ। ਇਹ ਧਿਆਨ ਸਿੰਘ ਮੰਡ ਤੇ ਵੀ ਦੋਸ਼ ਆਉਂਦੇ ਆ ਕਿ ਉਹਨਾਂ ਨੇ ਸੰਗਤ ਦੇ ਪੁੱਛੇ ਬਿਨਾਂ ਹੀ ਫੈਸਲੇ ਉਦੋਂ ਕਰ ਲਏ, ਬਰਗਾੜੀ ਮੋਰਚਾ ਚੱਕਣ ਵਾਲੇ। ਲੇਕਿਨ ਇਹ ਸਵਾਲ ਵੀ ਵੱਡਾ ਹੈ ਕਿ ਉਦੋਂ ਮਾਨਤਾ ਦੇ ਕੇ ਹੀ ਧਿਆਨ ਸਿੰਘ ਮੰਡ ਨਾਲ ਗੱਲਬਾਤ ਚੱਲਦੀ ਰਹੀ, ਉਦੋਂ ਚੰਗੇ ਸੀ, ਹੁਣ ਮਾੜੇ ਕਿਉਂ? ਸਵਾਲ ਤਾਂ ਉੱਠਣਗੇ, ਲੇਕਿਨ ਕੌਮੀ ਸਵਾਲ ਨੇ, ਸਿਰ ਜੁੜਨੇ ਚਾਹੀਦੇ ਆ ਕਿ ਇੱਕ ਦੀ ਜਗ੍ਹਾ 2-2 3-3 ਜਥੇਦਾਰਾਂ ਦਾ ਹੋਣਾ ਵੀ ਇੱਕ ਵੱਡਾ ਪ੍ਰਸ਼ਨ ਚਿੰਨ੍ਹ ਸਾਡੇ ਸਵੈਮਾਨ, ਕੌਮੀ ਸਵੈਮਾਨ ਤੇ ਲੱਗਦਾ ਹੈ ਕਿ ਅਸੀਂ ਫੈਸਲੇ ਸਹਿਮਤੀ ਨਾਲ ਕਰੀਏ। ਖੈਰ ਮਨਪ੍ਰੀਤ ਜੀ, ਮੈਨੂੰ ਲੱਗਦਾ ਹੈ ਕਿ ਜਦੋਂ ਇਹੋ ਜਿਹੀ ਗੱਲ ਕਰੀਦੀ ਹੈ ਨਾ, ਤੇ ਅੰਦਰਲੇ ਬੰਨਿਓ ਇੱਕ ਆਵਾਜ਼ ਜੀ ਆਉਂਦੀ ਰਹਿੰਦੀ ਹੈ ਕਿ ਹੱਕ ਹੈ ਨਹੀਂ ਕਰਨ ਦਾ, ਕਰ ਰਹੇ ਹਾਂ, ਸਾਡੀ ਔਕਾਤ ਨਹੀਂ। ਮੈਂ ਆਪਣੇ ਬਾਰੇ ਕਹਿ ਰਿਹਾ ਜੀ, ਤੁਸੀਂ ਤਾਂ ਸੀਨੀਅਰ ਬੰਦੇ ਹੋ। ਖੈਰ ਬਹੁਤ ਮਿਹਰਬਾਨੀ। ਬਹੁਤ ਬਹੁਤ ਧੰਨਵਾਦ ਤੁਹਾਡਾ ਰੰਧਾਵਾ ਜੀ।